Hello and welcome to the next episode of the series called Teri Meri Kahani and ਅੱਜ ਜਿਹੜੇ ਸਾਡੇ ਗੈਸਟ ਸਾਡੇ ਨਾਲ ਹੈ ਅੱਛਾ ਇਹਨਾਂ ਬਾਰੇ ਬਾਅਦ ਚ ਦੱਸੂਗੀ ਪਹਿਲਾਂ ਥੋੜੀ ਜੀ ਇੱਕ ਬਰੀਫ ਹਿਸਟਰੀ ਦੱਸਦੀ ਹਾਂ ਕਿ ਇਹਨਾਂ ਨਾਲ ਮੇਰੀ ਮੁਲਾਕਾਤ ਜਾਂ ਕਹਿ ਲਓ ਕਿ ਜਾਣ ਪਛਾਣ ਕਿੱਦਾਂ ਹੋਈ ਆਈ ਥਿੰਕ ਲਾਈਫ ਚ ਜਦੋਂ ਅਸੀਂ ਜਰਨੀ ਚੋਂ ਗੁਜ਼ਰਦੇ ਹਾਂ ਤੇ ਅਚਨਚੇਤ ਕਈ ਏਦਾਂ ਦੇ ਲੋਕ ਤੁਹਾਨੂੰ ਮਿਲ ਜਾਂਦੇ ਆ ਜਿਹੜੇ ਡੈਸਟੀਨੀ ਨੇ ਵੈਸੇ ਸੋਚਿਆ ਹੁੰਦਾ ਕਿ ਇਹਨਾਂ ਨੂੰ ਮਿਲਾਉਣਾ ਹੈ ਬਟ ਅਚਨਚੇਤ ਏਦਾਂ ਤੁਹਾਡੀ ਮੁਲਾਕਾਤ ਹੋ ਜਾਂਦੀ ਹੈ ਏਦਾਂ ਦੇ ਲੋਕਾਂ ਨਾਲ ਜਿਨ੍ਹਾਂ ਦੀ ਜ਼ਿੰਦਗੀ ਇੰਨੀ ਕੁ ਇੰਸਪਾਇਰਿੰਗ ਹੁੰਦੀ ਇੰਨੀ ਇੰਪੈਕਟਫੁਲ ਹੁੰਦੀ ਹੈ ਔਰ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹੋ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਉਹ ਤੁਸੀਂ ਕਿਹੜੀ ਸ਼ਖਸੀਅਤ ਦੇ ਨਾਲ ਮਤਲਬ ਕਰ ਰਹੇ ਹੋ ਔਰ ਤੁਹਾਨੂੰ ਬੈਕਗਰਾਉਂਡ ਵਿੱਚ ਨਹੀਂ ਜਾ ਪਾਉਂਦੇ ਹੋ ਖੈਰ ਅੱਜ ਜੋ ਮੇਰੇ ਨਾਲ ਗੈਸਟ ਹੈ ਸ਼ੀ ਇਜ਼ ਵਨ ਪਰਸਨ ਜਿਨ੍ਹਾਂ ਨਾਲ ਮੈਂ ਬਹੁਤ ਜ਼ਿਆਦਾ ਕਨੈਕਟ ਕਰ ਸਕਦੀ ਹਾਂ ਵਨ ਬਿਕਾਜ਼ ਸਾਡੀਆਂ ਰੂਟਸ ਜਿਹੜੀਆਂ ਦੋਨਾਂ ਦੀਆਂ ਉਹ ਰੂਰਲ ਏਰੀਆ ਤੋਂ ਹੈ ਅਸੀਂ ਦੋਨੋਂ ਪਿੰਡਾਂ ਦੀਆਂ ਕੁੜੀਆਂ ਔਰ ਅਸੀਂ ਦੋਨੋਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਟੂ ਮੇਕ ਫਾਦਰਸ ਐਂਡ ਪੇਰੈਂਟਸ ਵੈਰੀ ਵੈਰੀ ਪ੍ਰਾਊਡ ਆਪਣੇ ਆਪਣੇ ਤਰੀਕੇ ਨਾਲ ਦੋਨੋਂ ਜਦੋਜਹਿਦ ਕਰੀ ਜਾ ਰਹੀ ਹੈ ਸੋ ਅੱਜ ਮੈਂ ਤੁਹਾਨੂੰ ਜਿਨ੍ਹਾਂ ਨਾਲ ਮਿਲਾਉਣ ਜਾ ਰਹੀ ਹੈ ਇਹਨਾਂ ਦੀ ਸਟੋਰੀ ਵੈਰੀ ਹੌਲੀ ਹੌਲੀ ਅਨਫੋਲਡ ਹੋਏਗੀ she is the girl who really inspires me and I want ਕਿ ਇਹਨਾਂ ਦੀ ਕਹਾਣੀ ਜਿੱਥੇ ਤੱਕ ਹੋ ਸਕਦੀ ਹੈ ਉੱਥੇ ਤੱਕ ਸਪਰੈਡ ਹੋਏ ਬਿਕਾਜ਼ ਜੇ ਇਹ ਅਸੀਂ ਇਸ ਏਜ ਤੇ ਬੈਠੇ ਇਸ ਲੈਵਲ ਤੇ ਬੈਠੇ ਸਾਨੂੰ ਇੰਸਪਾਇਰ ਕਰ ਸਕਦੀ ਹੈ ਤਾਂ ਜਿਹੜੀ ਗਰੋਇੰਗ ਅਪ ਗਰਲਸ ਹੈ ਉਹਨਾਂ ਲਈ ਇਹ ਕਿੰਨੀ ਕੁ ਜ਼ਿਆਦਾ ਗਹਿਰਾ ਇੰਪੈਕਟ ਛੱਡੇਗੀ ਉਹ ਆਈ ਥਿੰਕ ਟਾਈਮ ਵਿਲ ਟੈਲ ਖੈਰ ਸ਼ੀ ਇਜ਼ ਨਨ ਅਦਰ ਦੈਨ ਡਾਕਟਰ ਗੁਰਵੀਰ ਕੌਰ she is an assistant professor at the Jaipur University. Is it Gurveer? Amity University, Jaipur. ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਸਭ ਤੋਂ ਪਹਿਲਾਂ ਕਿ ਗੁਰਵੀਰ ਭੈਣ ਨੇ ਟਾਈਮ ਕੱਢਿਆ ਤੇ ਅੱਜ ਯੂ ਆਰ ਟਾਕਿੰਗ ਟੂ ਮੀ ਔਰ ਮੈਂ ਦੱਸ ਨਹੀਂ ਸਕਦੀ ਕਿ ਮੈਂ ਦੱਸ ਚੁੱਕੀ ਹਾਂ ਵੈਸੇ ਮੈਂ ਦੱਸ ਨਹੀਂ ਸਕਦੀ ਨਹੀਂ ਤੁਹਾਨੂੰ ਤਾਂ ਪਹਿਲਾਂ ਦੱਸ ਚੁੱਕੀ ਹਾਂ ਕਿ ਮੈਂ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਹਾਂ ਨਾ ਤੁਹਾਡੀ ਸਾਰੀ ਮਿਹਨਤ ਤੋਂ ਤੁਹਾਡੀ ਡੈਡੀਕੇਸ਼ਨ ਤੋਂ ਐਂਡ ਆਈ ਰੀਅਲੀ ਸਲੂਟ ਇਟ ਥੈਂਕ ਯੂ ਸੋ ਮਚ ਹੁਣ ਆਪਾਂ ਸ਼ੁਰੂ ਕਰਦੇ ਹਾਂ ਗੁਰਵੀਰ ਪਹਿਲਾਂ ਇਹ ਤੁਸੀਂ ਦੱਸੋਗੇ ਕਿ ਆਪਾਂ ਕਿੱਥੇ ਨੂੰ ਬਿਲੋਂਗ ਕਰਦੇ ਹਾਂ ਕਿੱਥੋਂ ਸਾਡੇ ਰੂਟਸ ਮੈਂ ਹਾਂਜੀ ਬੇਸਿਕਲੀ ਰਾਜਸਥਾਨ ਚ ਹਨੂਮਾਨਗੜ੍ਹ ਜ਼ਿਲ੍ਹੇ ਚ ਚਿਸ਼ਤੀਆਂ ਪਿੰਡ ਹੈ ਤਾਂ ਮੈਂ ਚਿਸ਼ਤੀਆਂ ਪਿੰਡ ਨੂੰ ਬਿਲੋਂਗ ਕਰਦੀ ਹਾਂ ਤੇ ਆਪਣੇ ਸਿਬਲਿੰਗਸ ਕਿੰਨੇ ਭੈਣ ਭਰਾ ਕਿੰਨੇ ਅਸੀਂ 5 ਭੈਣ ਭਰਾ 3 ਭੈਣਾਂ 2 ਭਰਾ ਔਰ ਵੱਡਾ ਵੀਰ ਹੈ ਫਿਰ ਮੈਂ ਆ ਫਿਰ ਮੇਰੇ ਤੋਂ ਛੋਟੇ ਨੇ 3 ਤੇ ਮਮ ਡੈਡ ਖੇਤੀ ਵਿੱਚ ਹਾਂਜੀ ਡੈਡ ਪਾਪਾ ਜੀ ਖੇਤੀ ਕਰਦੇ ਆ ਹਾਂਜੀ ਵੀਰੇ ਵੀ ਦੋਨੋਂ ਖੇਤੀ ਕਰਦੇ ਆ ਔਰ ਮੈਂ ਮਤਲਬ ਹੁਣ ਇੱਧਰ ਹੋ ਗਈ ਨਾਲ ਦੀ ਨਾਲ ਘਰ ਦੇ ਕੰਮ ਤਾਂ ਚੱਲਦੇ ਜਿਵੇਂ ਆਪਣੇ ਚੱਲਦੇ ਹੁੰਦੇ ਪਿੰਡਾਂ 'ਚ ਘਰੇ ਆ ਕੇ PhD ਪ੍ਰੋਫੈਸਰ ਸਭ ਨਿਕਲ ਜਾਂਦਾ ਕਹਾਣੀ ਕਰਕੇ ਤੇ ਇਹ ਤੁਹਾਡੀ ਐਜੂਕੇਸ਼ਨ ਜਿਹੜੀ ਫਾਰਮਲ ਐਜੂਕੇਸ਼ਨ ਹੈ ਸਟਾਰਟਿੰਗ ਵਾਲੀ ਬਿਗਨਿੰਗ ਵਾਲੀ ਸਕੂਲਿੰਗ ਹੈ ਇਹ ਕਿੱਥੇ ਦੀ ਹੈ ਹਾਂਜੀ ਐਕਚੁਅਲੀ ਮੇਰੀ 3rd ਕਲਾਸ ਤੱਕ ਅਸੀਂ ਪੰਜਾਬ 'ਚ ਸੀਗੇ 98 'ਚ ਅਸੀਂ ਇੱਧਰ ਮੂਵ ਹੋਏ ਆ ਅੱਛਾ ਤਾਂ ਉਦੋਂ ਉੱਥੇ ਮਤਲਬ ਬਠਿੰਡੇ ਕੋਲ ਸੰਗਤ ਮੰਡੀ ਕੋਲ ਪਿੰਡ ਹੁੰਦਾ ਸੀ ਫੁੱਲੋ ਮਿੱਟੀ ਉੱਥੇ ਸੀ ਔਰ 4th ਤੋਂ ਲੈ ਕੇ ਫਿਰ 12th ਦੀ ਇੱਥੇ ਹਨੂਮਾਨਗੜ੍ਹ ਹੋਈ ਤੇ ਫਿਰ ਉਸ ਤੋਂ ਬਾਅਦ ਤਾਂ ਜਿਵੇਂ 12th ਕਰ ਲਈ 12th ਫਿਰ ਚੰਗੇ ਨੰਬਰਾਂ ਨਾਲ ਹੋਈ ਤਾਂ 12th ਸਕੂਲ ਤੋਂ ਹੀ ਕੀਤੀ ਹਾਈ ਸਕੂਲ ਹਾਂਜੀ ਹਾਈ ਸਕੂਲ ਤੋਂ ਨਹੀਂ ਉਹ ਪਿੰਡ 'ਚ ਸੀ ਸਕੂਲ ਨਹੀਂ ਪਿੰਡ 'ਚ ਹਾਈ ਸਕੂਲ ਨਹੀਂ ਹੈਗੇ ਸਾਡੇ ਪਿੰਡ 'ਚ 5ਵੀਂ ਤੱਕ ਦਾ ਹੀ ਸਕੂਲ ਸੀਗਾ ਅੱਛਾ ਗਵਰਨਮੈਂਟ ਸਕੂਲ ਇੱਧਰ ਮਤਲਬ ਇੱਧਰ ਵਾਲਾ ਏਰੀਆ ਓਨਾ ਡਿਵੈਲਪ ਨਹੀਂ ਹੈ ਜਿੰਨੇ ਪੰਜਾਬ ਦੇ ਪਿੰਡ ਡਿਵੈਲਪ ਹੈਗੇ ਆ ਹੁਣੇ ਅਗਰ ਦੇਖੋ ਹੁਣ ਤੱਕ ਵੀ ਅਗਰ ਦੇਖੋ ਤਾਂ ਹੁਣ ਵੀ ਸਾਡੇ ਸੀਨੀਅਰ ਸੈਕੰਡਰੀ ਸਕੂਲ ਨਹੀਂ ਹੈ ਪਿੰਡ 'ਚ 8ਵੀਂ ਤੱਕ ਦਾ ਹੈ ਬਸ ਸਾਡੇ ਵੀ ਏਦਾਂ ਹੀ ਹੈ ਤੇ 8ਵੀਂ ਤੱਕ ਦਾ ਹੀ ਹੈ ਹਾਂਜੀ ਤੇ ਗੁਰਵੀਰ ਉਦੋਂ ਜਿਹੜੀ ਐਜੂਕੇਸ਼ਨ ਜਿਹੜੀ ਤੁਸੀਂ ਸਕੂਲਿੰਗ ਕੀਤੀ ਹੈ ਇਹ ਤੁਸੀਂ ਕਿਹੜੀ ਮਤਲਬ ਮੀਡੀਅਮ ਕੀ ਹੁੰਦਾ ਹੈ ਉੱਥੇ ਕਿਹੜੀ ਹਿੰਦੀ ਮੀਡੀਅਮ ਹਿੰਦੀ ਮੀਡੀਅਮ ਰਾਜਸਥਾਨ ਬੋਰਡ ਹਾਂਜੀ ਅੱਛਾ ਸ਼ੁਰੂ ਤੋਂ ਪੜ੍ਹਾਈ ਦਾ ਬਹੁਤ ਸ਼ੌਕ ਸੀ ਮੈਂ ਐਕਚੁਅਲੀ ਮੈਨੂੰ ਮੰਮੀ ਹੋਰ ਦੱਸ ਦਿੰਦੇ ਕਿ ਮੈਂ ਰੋ ਕੇ ਸਕੂਲ ਲੱਗੀ ਸੀ ਮੈਨੂੰ ਉਹ ਕੁੜੀਆਂ ਜਦੋਂ ਪੰਜਾਬ 'ਚ ਜਦੋਂ ਮੈਂ ਲੱਗੀ ਸੀ ਤਾਂ ਉਹ ਯੂਨੀਫਾਰਮ ਉਹਨਾਂ ਦੀ ਔਰ ਗੁੱਤਾਂ ਤੇ ਰਿਬਨ ਪਾ ਕੇ ਜਾਣਾ ਮੈਨੂੰ ਬੜਾ ਸ਼ੌਂਕ ਸੀਗਾ ਕਿ ਮੈਂ ਵੀ ਜਾਵਾਂ ਇਹਨਾਂ ਦੇ ਨਾਲ ਤਾਂ ਮੈਂ ਛੋਟੀ ਸਕੂਲ 'ਚ ਲੱਗ ਗਈ ਸੀ ਉਹ ਮੈਨੂੰ ਰੱਖਦੇ ਨਹੀਂ ਸੀ ਸਕੂਲ ਵਾਲੇ ਕਹਿੰਦੇ ਨਹੀਂ 5 ਸਾਲ ਤੋਂ ਪਹਿਲਾਂ ਲਾਉਂਦੇ ਨਹੀਂ ਹੁੰਦੇ ਸੀ ਪਹਿਲਾਂ ਪੰਜਾਬ ਕਹਿੰਦੇ ਨਹੀਂ ਅਸੀਂ ਨਹੀਂ ਲਾਉਣਾ ਮੈਂ ਤਾਂ ਲੱਗਣਾ ਅੱਛਾ ਜਲਦੀ ਸਕੂਲ ਜਲਦੀ ਜਾਣ
ਜਲਦੀ ਜੁਆਇਨ ਪਰ ਕੀਤਾ ਸੀ ਫਿਰ ਮੈਂ ਸਕੂਲ। ਇੰਟਰਸਟ ਬਣਿਆ ਰਿਹਾ ਪੜ੍ਹਾਈ 'ਚ? ਬਹੁਤ ਬਹੁਤ ਕੋਈ ਜ਼ਿਆਦਾ ਖਾਸ ਬਣਿਆ ਰਿਹਾ। ਕੋਈ ਖਾਸ ਸਬਜੈਕਟ ਜਿਹੜਾ ਮੈਥਸ ਇੰਨਾ ਹਮੇਸ਼ਾ ਡਰਾਵਨਾ ਹੁਣ ਤੱਕ। ਸਬਜੈਕਟ? ਤੋਬਾ। ਹੁਣ ਤੱਕ ਮਤਲਬ ਅਗਰ ਮੈਨੂੰ ਹੁਣ ਵੀ ਕੋਈ ਮੈਥ ਦੇ ਦੇਵੇ ਨਾ, ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਦੋਸਤ ਨੂੰ ਦੱਸ ਰਹੀ ਸੀ ਕਿ ਰਾਈਟੋਮੀਟਰ ਪੈਨ ਆਉਂਦਾ ਹੁੰਦਾ ਸੀ, ਹੁਣ ਵੀ ਆਉਂਦਾ। ਔਰ ਮੈਂ ਉਦੋਂ ਤੱਕ ਮੈਥਸ ਕਰਦੀ ਸੀ ਜਦੋਂ ਤੱਕ ਉਹ ਪੈਨ ਖਤਮ ਨਹੀਂ ਸੀ ਹੁੰਦਾ, ਲਗਾਤਾਰ। ਤੋਬਾ। ਮੈਨੂੰ ਇੰਨਾ ਇੰਨਾ ਕਰੇਜ਼ ਹੈ ਮੈਨੂੰ ਮੈਥ ਇਸ ਦਾ, ਹਾਲੇ ਪੁਆਇੰਟ ਵੀ ਤੇ ਹੈ। ਮੈਂ ਰਿਲੇਟ ਨਹੀਂ ਕਰ ਸਕਦੀ ਬਿਲਕੁਲ, ਕਿਉਂਕਿ ਮੈਂ ਮੈਥ 'ਚ ਬਹੁਤ ਜ਼ਿਆਦਾ ਡਫਰ ਰਹੀ ਹਾਂ ਸ਼ੁਰੂ ਤੋਂ। ਮੈਨੂੰ ਖੈਰ, ਮੈਥਸ ਦਾ ਬਹੁਤ ਕਰੇਜ਼। ਅੱਛਾ, ਜਦੋਂ ਹਿੰਦੀ ਮੀਡੀਅਮ ਤੋਂ ਪੜ੍ਹਾਈ ਕੀਤੀ, ਸਕੂਲਿੰਗ ਕੀਤੀ, ਫਿਰ +2 ਹੋ ਗਈ, ਫਿਰ ਗੁਰਵੀਰ ਨੇ ਅੱਗੇ ਨਾਨ ਮੈਡੀਕਲ ਚੂਜ਼ ਕੀਤਾ। ਹਾਂਜੀ। ਤੇ ਤੁਹਾਡੇ ਪਿੰਡ ਵਿੱਚ ਜਾਂ ਤੁਹਾਡੇ ਕਹਿ ਲਓ ਏਰੀਆ 'ਚ ਜਾਂ ਸਾਰੀ ਇੰਨੀ ਅਵੇਅਰਨੈਸ ਜਾਂ ਸਭ ਕੁਝ, ਇੰਨੀ ਸਪੋਰਟ ਸਿਸਟਮ ਸੀ ਕਿ ਆਪਟ ਕਰਨਾ ਹੈ ਨਾਨ ਮੈਡੀਕਲ ਜਾਂ ਮੈਡੀਕਲ, ਜਾਂ ਇਹਦੇ ਅੱਗੇ ਹਾਂਜੀ ਕਰੀਅਰ ਪ੍ਰੋਸਪੈਕਟਸ ਬਾਰੇ ਐਕਚੁਅਲੀ ਪਤਾ ਸੀ? ਆਪਣੇ ਨਹੀਂ, ਕਰੀਅਰ ਬਾਰੇ ਤਾਂ ਬਿਲਕੁਲ ਵੀ ਨਹੀਂ ਪਤਾ ਸੀ, ਪਰ ਆਪਣੇ ਇੰਨਾ ਕੁ ਹੁੰਦਾ ਕਿ ਜੇ ਨੰਬਰ ਚੰਗੇ ਆਏ ਆ ਤਾਂ ਸਾਇੰਸ ਲੈ ਲਓ। ਹੂੰ। ਮਤਲਬ ਇਹ ਹੁਣ ਤੱਕ ਵੀ ਇਹੀ ਚੱਲਦਾ, ਆਰਟਸ ਵੱਲ ਤਾਂ ਕੋਈ ਝਾਕਦਾ ਵੀ ਨਹੀਂ। ਔਰ ਹਾਲਾਂਕਿ ਮੈਨੂੰ ਹੁਣ ਲੱਗਦਾ ਕਿ ਦੇਖਣਾ ਚਾਹੀਦਾ ਉੱਧਰ, ਪਰ ਹਾਂ, ਨੰਬਰ ਚੰਗੇ ਆਏ, ਮੈਰਿਟ ਲਿਸਟ 'ਚ ਨਾਮ ਨਹੀਂ, ਪਰ ਆਇਆ ਗੁਰਵੀਰ ਤਾਂ ਮੈਡੀਕਲ ਲੈ ਲਓ ਤਾਂ ਮੈਂ ਆਈ ਡੂ ਐਪਰੀਸ਼ੀਏਟ, ਆਈ ਡੂ ਅੰਡਰਸਟੈਂਡ, ਉਹ ਵੀ ਪਤਾ ਹੈ ਕਿ ਸਾਰੇ ਕਹਿੰਦੇ ਆ ਉਸ ਪਰ। ਨਾਨ ਮੈਡੀਕਲ ਮੈਥਸ ਕਰਕੇ, ਮੈਥਸ ਕਰਕੇ ਮੇਰਾ ਉਧਰ, ਬਾਇਓਲੋਜੀ ਬਟ 'ਚ ਉਦੋਂ ਮੈਨੂੰ ਇਦਾਂ ਨਹੀਂ ਸੋਚਿਆ ਸੀ ਕਿ ਮੈਂ ਕਰੀਅਰ ਪਾਥ ਕਿਹੜਾ ਫੋਲੋ ਕਰਨਾ? ਨਾ, ਮੈਂ ਤਾਂ ਮਤਲਬ 12ਵੀਂ ਤੱਕ ਆਪਾਂ ਰੱਜ ਕੇ ਚਾਦਰਾਂ ਚੁਦਰਾਂ ਕੱਢੀਆਂ, ਦਰੀਆਂ ਦੁਰੀਆਂ ਬਣਾਈਆਂ ਵੀ, ਐਂ ਸੀਗਾ BA ਕਰਾ ਦੇਣਗੇ, ਵਿਆਹ ਦੇਣਗੇ, ਮੈਂ ਹੋਰ ਵੀ ਕੀ ਹੋਣਾ। ਗ੍ਰੈਜੂਏਸ਼ਨ ਤਾਈਂ ਅਸੀਂ ਵੀ ਬਹੁਤ ਚਾਦਰਾਂ ਕੱਢੀਆਂ, ਮੇਰੀ ਮੰਮੀ ਕੋ ਬਹੁਤ ਪਈ। ਤਾਂ ਉਦੋਂ ਤੱਕ ਅੱਛਾ, ਰੱਜ ਕੇ, ਏਦਾਂ ਜਿਵੇਂ ਕੋਈ ਨਹੀਂ ਦਾਜ ਸੀ। ਨਹੀਂ ਬਣਾਉਂਦੀਆਂ ਹੁੰਦੀਆਂ ਕੁੜੀਆਂ, ਨਹੀਂ ਐਵੇਂ ਦਾ ਕੁਛ ਨਹੀਂ ਸੀਗਾ। ਪਰ ਹਾਂ, ਫੇਰ ਪਤਾ ਲੱਗਿਆ, ਇੱਕੋ ਹੀ ਪਤਾ ਸੀ ਕਿ IIT ਦਾ ਐਗਜ਼ਾਮ ਹੁੰਦਾ ਜਿਵੇਂ, ਤਾਂ ਉਹ ਦਿੱਤਾ। ਫਿਰ ਕਹਿੰਦੇ ਕਿ ਨਹੀਂ, ਹੋਰ ਫਾਰਮਸ ਵੀ ਹੁੰਦੇ, ਤਾਂ ਭਰਿਆ। ਮੇਰਾ ਐਕਚੁਅਲੀ AIEEE ਵੀ ਹੋਇਆ ਸੀਗਾ, ਇਲੈਕਟ੍ਰੋਨਿਕਸ ਬ੍ਰਾਂਚ, ਪਰ ਮੈਂ ਨਹੀਂ, ਫਿੱਟ ਜੇ ਨਹੀਂ ਲੱਗਿਆ। ਫਿਰ ICAR ਦਾ ਐਗਜ਼ਾਮ ਦਿੱਤਾ ਸੀ, ਤਾਂ ਐਗਰੀਕਲਚਰ ਸੀ। ਤਾਂ ਆਪਾਂ ਨੂੰ ਵੈਸੇ ਹੀ ਥੋੜਾ ਚਾਅ ਹੁੰਦਾ, ਮੈਨੂੰ ਖੇਤ ਕੰਮ, ਮਤਲਬ ਪਾਪਾ ਜਿਵੇਂ ਉਦੋਂ ਤੱਕ ਪਾਪਾ ਬਲਦ ਹੀ ਰੱਖਦੇ ਸੀਗੇ, ਹਨਾ, ਅੱਛਾ। ਟਰੈਕਟਰ ਦਾ ਕੰਮ ਘੱਟ ਕਰਦੇ ਸੀ ਜਿਵੇਂ। ਤਾਂ ਉਹ ਹੁੰਦਾ ਜਿਵੇਂ ਆਪਣੇ ਪਿੰਡਾਂ 'ਚ, ਸ਼ਾਮ ਨੂੰ ਸਕੂਲੋਂ ਆਏ, ਠੀਕ ਹੈ, ਚਾਹ ਫੜਾਇਓ ਖੇਤ, ਠੀਕ ਹੈ, ਹੁਣ ਸ਼ਾਮ ਹੋ ਗਈ, ਤੌੜੀ ਵਾਲਾ ਦੁੱਧ ਫੜਾਇਓ ਖੇਤ। ਤਾਂ ਉਹ ਵਾਲਾ ਸਿਸਟਮ ਚੱਲਦਾ ਸੀ ਨਾ, ਤੇ ਉਹ ਆਪਣੇ ਵਰਗਿਆਂ ਨੂੰ ਕੁਛ ਰੋਟੀ ਵੀ ਖੇਤ ਜਾ ਕੇ ਬਾਹਲੀ ਸਵਾਦ ਲੱਗਦੀ ਹੁੰਦੀ ਹੈ, ਤਾਂ ਫਿਰ ਮੈਂ ਐਗਰੀਕਲਚਰ ਲੈ ਲਈ। ਹਾਂ, ਅੱਛਾ, ਬਟ ਉਹਦੇ ਆਈ ਤੋਂ ਲਵਡ ਇਟ। ਬਾਅਦ ਬੀਟੈਕ ਕੀਤੀ? ਪਹਿਲਾਂ ਬੀਟੈਕ ਕੀਤੀ, ਉਹ ਹਾਂਜੀ, ਕੀਤੀ ਪਹਿਲਾਂ ਬੀਟੈਕ। ਬੈਂਗਲੌਰ ਤੋਂ? ਹਾਂਜੀ, ਮੈਂ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਿਸ ਬੈਂਗਲੌਰ ਤੋਂ ਕੀਤੀ ਆ, ICAR ਦੇ ਥਰੂ, ਅੱਛਾ, ਤੇ ਫੈਲੋਸ਼ਿਪ ਦੇ ਥਰੂ ਕੀਤੀ ਆ। ਫੈਲੋਸ਼ਿਪ ਮੈਨੂੰ ਬਹੁਤ ਇਨਸਪਾਇਰਿੰਗ ਲੱਗਾ। ਵਨ ਥਿੰਗ ਆਈ ਪਾਰਟਿਕੂਲਰਲੀ ਵਾਂਟ ਟੂ ਮੈਂਸ਼ਨ ਕਿ ਗੁਰਵੀਰ ਨੇ ਟਿਊਸ਼ਨਸ ਕਦੀ ਨਹੀਂ ਰੱਖੀਆਂ, ਹੈਨਾ, ਬਿਨਾਂ ਟਿਊਸ਼ਨ ਤੋਂ ਯੂ ਰੀਚਡ ਇਨਟੂ ਦੈਟ ਫੈਲੋਸ਼ਿਪ, ਔਰ ਉਹਦੇ ਤੋਂ ਬਾਅਦ ਬੈਂਗਲੌਰ ਯੂਨੀਵਰਸਿਟੀ ਪਹੁੰਚ ਗਈ। ਔਰ ਮੈਨੂੰ ਮੈਂ ਤੁਹਾਡੀ ਇੰਟਰਵਿਊ ਦੇਖ ਰਹੀ ਸੀ ਪਹਿਲਾਂ, ਉਹਦੇ 'ਚ ਇੱਕ ਚੀਜ਼ ਏਦਾਂ ਸਟ੍ਰੇਟ ਇਨਟੂ ਦਾ ਹਾਰਟ ਪੀਅਰਸ ਕੀਤੀ ਸੀ ਨਾ, ਉਹ ਇਹ ਸੀ ਕਿ ਬਿਕੋਜ਼ ਮੈਂ ਰਿਲੇਟ ਕਰ ਸਕਦੀ ਹਾਂ ਇਸ ਚੀਜ਼ ਨੂੰ ਕਿ ਜਦੋਂ ਤੁਸੀਂ ਪਿੰਡੋਂ ਉੱਠ ਕੇ ਜਾਂਦੇ ਹੋ ਔਰ ਇੱਕ ਮੈਟਰੋ ਵੱਡੇ ਸ਼ਹਿਰ 'ਚ ਤੁਸੀਂ ਪਹੁੰਚ ਗਏ ਹੋ, ਇੱਕ ਵੱਡੀ ਯੂਨੀਵਰਸਿਟੀ 'ਚ ਪਹੁੰਚ ਗਏ ਹੋ, ਔਰ ਲੈਂਗੁਏਜ ਦਾ ਜਿਹੜਾ ਬੈਰੀਅਰ ਹੈ, ਬਹੁਤ ਇਹਨੂੰ ਜ਼ਿਆਦਾ। ਜਿਹੜਾ ਕ੍ਰਾਸ ਕਰਨਾ, ਗੁਰਵੀਰ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ? ਐਕਚੁਅਲੀ ਇਹ ਮੈਂ ਇੱਕ ਵਾਰ ਨਹੀਂ, ਇਹ ਮੇਰੇ ਨਾਲ ਜਦੋਂ ਅਸੀਂ ਪੰਜਾਬ ਤੋਂ ਇੱਧਰ ਸ਼ਿਫਟ ਕੀਤਾ ਸੀ, ਉਦੋਂ ਵੀ ਹੋਇਆ ਸੀ, ਕਿਉਂਕਿ ਇੱਧਰ ਉਦੋਂ ਹਿੰਦੀ ਬੋਲਦੇ ਸੀ ਸਕੂਲਾਂ 'ਚ, ਹਨਾ, ਔਰ ਆਪਾਂ ਠੇਠ ਪੰਜਾਬੀ ਆਉਂਦੀ ਨਹੀਂ ਸੀ ਹਿੰਦੀ ਬੋਲਣੀ, ਔਰ ਸਾਨੂੰ ਐਡਮਿਸ਼ਨ ਨਹੀਂ ਸੀ ਮਿਲ ਰਿਹਾ ਇੱਧਰ। ਅਸੀਂ ਮਤਲਬ ਪਾਪਾ ਦਾਦਾ ਜੀ ਨੇ, ਬਾਪੂ ਜੀ ਨੇ ਮਿੰਨਤਾਂ ਕਰ ਕਰਕੇ ਸਕੂਲਾਂ 'ਚ ਕਿ ਰੱਖ ਲਓ ਤੁਸੀਂ, 1 ਸਾਲ ਦੇਖ ਲਓ, ਹਨਾ। ਤਾਂ ਮਤਲਬ ਤਾਂ ਉਦੋਂ ਹਿੰਦੀ ਦਾ ਬੋਲਣ ਦਾ ਇੰਨਾ ਉਹ ਹੋਇਆ। ਫਿਰ ਜਦੋਂ ਬੈਂਗਲੌਰ ਗਏ ਤਾਂ ਉੱਥੇ ਤਾਂ ਬਿਲਕੁਲ ਹੀ ਉਲਟਾ, ਕਿਉਂਕਿ ਮੈਂ ਸੀ ਹਿੰਦੀ ਮੀਡੀਅਮ 'ਚੋਂ, ਔਰ ਉੱਥੇ ਜਾਂ ਤੱਕ ਇੰਗਲਿਸ਼ ਤੇ ਜਾਂ ਕੰਨੜ। ਹੁਣ ਇੰਗਲਿਸ਼ ਆਪਣੇ ਵਰਗੇ ਨੂੰ ਇੰਨੀ ਫਲੂਐਂਟਲੀ ਇੰਗਲਿਸ਼ ਵੀ ਨਹੀਂ ਆਉਂਦੀ, ਔਰ ਲੋਕ ਉੱਥੇ ਤਾਂ ਮਤਲਬ ਬੈਂਗਲੌਰ ਜਦੋਂ ਮੈਂ ਗਈ ਸੀ ਤਾਂ ਮੈਨੂੰ ਇਹ ਲੱਗਿਆ ਸੀ ਕਿ ਇਹ ਕੀ, ਹਨਾ, ਕਿ ਤਾਂ ਲੈਂਗੁਏਜ ਇੱਕਦਮ ਕੰਨੜ ਨਵਾਂ ਤਾਂ ਭੁੱਲ ਸਾਰਾ। ਜਾਓ, ਇੰਗਲਿਸ਼ ਆਪਾਂ ਕੀ ਭੁੱਲ ਗਏ, ਹਨਾ। ਤਾਂ ਸਟਾਰਟਿੰਗ 'ਚ ਸਿਰਫ ਅਸੀਂ ਮਤਲਬ ਉੱਥੇ ਜਦੋਂ ਗਏ ਤਾਂ ਪਤਾ ਲੱਗਿਆ ਬਈ ਹਿੰਦੀ ਤਾਂ ਨਹੀਂ ਚੱਲਣਗੇ ਇੱਥੇ, ਤਾਂ ਮੈਂ ਹੌਲੀ ਕੰਨੜ ਸਿੱਖੀ। ਤੇ ਉੱਥੋਂ ਦਾ ਮੇਰਾ ਮਤਲਬ ਬੈਸਟ ਐਕਸਪੀਰੀਅੰਸ ਸੀਗਾ ਲੈਂਗੁਏਜ ਨੂੰ ਐਕਸਪਲੋਰ ਕਰਨ ਦਾ ਨਾ, ਕਿ ਉੱਥੋਂ ਦੇ ਫਿਰ ਅਸੀਂ ਪਿੰਡ ਵੇਖੇ, ਰਾਵੇ ਪ੍ਰੋਗਰਾਮ ਹੁੰਦਾ, ਐਗਰੀਕਲਚਰ ਸੀਗਾ ਤਾਂ ਮਤਲਬ ਦੇਖਣਾ ਹੀ ਸੀਗੇ ਉੱਥੋਂ ਦੇ ਖੇਤ ਵਗੈਰਾ ਸਭ ਕੁਛ।
ਤਾਂ ਮੈਨੂੰ ਬਹੁਤ ਚੰਗਾ ਲੱਗਿਆ ਲੈਂਗੁਏਜ ਸਿੱਖ ਕੇ, ਹਨਾ। ਔਰ ਦੂਜੀ ਗੱਲ ਉੱਥੇ ਮਤਲਬ ਮੈਨੂੰ ਇੰਨੀ ਕੁ ਜ਼ਿਆਦਾ ਰਿਸਪੈਕਟ ਮਿਲੀ ਨਾ, ਜਸਟ ਬਿਕੋਜ਼ ਮੈਂ ਇੱਕ ਪੰਜਾਬੀ ਹਾਂ, ਸਿੱਖੀ ਰੂਪ ਸਿੱਖ ਹਾਂ। ਚ। ਹਾਂ, ਉਦੋਂ ਮੈਂ ਨਹੀਂ ਸੀਗੀ ਸਿੱਖੀ ਰੂਪ ਚ। ਸਿੱਖੀ ਅੱਛਾ, ਰੂਪ ਚ ਮੇਰਾ 1 ਸਾਲ ਪਹਿਲਾਂ ਹੀ ਹੋਇਆ, 1.5 ਸਾਲ ਪਹਿਲਾਂ। ਓਕੇ ਓਕੇ। ਪਰ ਸਿਰਫ ਕਿ ਮੈਂ ਸਿੱਖ ਹਾਂ, ਕੌਰ ਹਾਂ, ਹਨਾ। ਉੱਥੇ ਮੈਨੂੰ ਕੋਈ ਮੇਰੇ ਨਾਮ ਤੋਂ ਵੀ ਨਹੀਂ ਬੁਲਾਉਂਦਾ ਸੀ, ਕੌਰ ਕਹਿ ਕੇ ਬੁਲਾਉਂਦੇ ਸੀ। ਤਾਂ ਉਹ ਵਾਲੀ ਚੀਜ਼ ਬਹੁਤ ਸੋਹਣੀ ਲੱਗਦੀ ਸੀਗੀ। ਔਰ ਮੈਂ ਹੁਣ ਵੀ ਇੱਧਰ ਜਦੋਂ ਗੱਲਾਂ ਕਰਦੇ ਹੁੰਦੇ, ਮੈਂ ਕਹਿੰਦੀ ਹੁੰਦੀ ਕਿ ਉੱਧਰ ਦੇ ਲੋਕ ਨਾ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ। ਔਰ ਉਹ ਸਿਰਫ ਇਸ ਲਈ ਕਿਉਂਕਿ ਉਹਨਾਂ ਨੇ ਆਪਣਾ ਲਿਟਰੇਚਰ, ਆਪਣੀ ਹਿਸਟਰੀ ਪੜ੍ਹੀ ਹੋਈ ਆ। ਪਰ ਮੈਨੂੰ ਨਾ ਉੱਧਰ ਦੇ ਗੁਰਵੀਰ, ਲੋਕ ਉਹ ਕਿਉਂਕਿ ਪੜ੍ਹਨਾ ਸੁਣਦੇ ਜ਼ਿਆਦਾ ਹੋਏ ਪਸੰਦ ਕਰਦੇ। ਮੈਂ ਨਾ ਬੱਚਿਆਂ ਨੂੰ ਵੀ, ਖਾਸ ਆਪਣੇ ਦੋਨੋਂ ਬੇਟਿਆਂ ਨੂੰ ਦਿਖਾਈ ਇੰਟਰਵਿਊ, ਕਿਉਂਕਿ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਇੰਨੀ ਵੱਡੀ ਚੀਜ਼ ਉਹਨੂੰ ਕੌਂਕਰ ਕਰਨਾ, ਪਹਿਲਾਂ ਲੈਂਗੁਏਜਸ ਦਾ ਬੈਰੀਅਰ ਇੱਕ ਹੈਗਾ, ਫਿਰ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ, ਇੱਕ ਨਵੀਂ ਜਗ੍ਹਾ, ਨਵਾਂ ਦੁਨੀਆ ਇੱਕ ਖੁੱਲ ਰਹੀ ਹੈ ਨਾ। ਐਕਸਪੋਜ਼ਰ ਆਪਾਂ ਨੂੰ ਕਿੰਨਾ ਕੁ ਹੁੰਦਾ ਹੈ ਨਾ ਪਿੰਡਾਂ ਚ ਉੱਠ ਕੇ ਆ ਕੇ, ਤੇ ਪਰ ਉਹਦੇ ਤੋਂ ਬਾਅਦ ਉਸ ਯੂਨੀਵਰਸਿਟੀ ਦਾ ਰੈਕੋਰਡ ਤੋੜ ਕੇ ਉੱਥੇ ਦੀ 골ਡ ਮੈਡਲਿਸਟ ਬਣ ਕੇ ਬਾਹਰ ਨਿਕਲਣਾ, I salute you. I salute your ਜਿਹੜੀ ਤੁਹਾਡੀ ਡੈਡੀਕੇਸ਼ਨ ਹੈ, ਜਿਹੜੀ ਇਹ ਗ੍ਰਿਟ ਹੈ, ਡਿਟਰਮੀਨੇਸ਼ਨ ਹੈ, ਇਹ ਇੰਨਾ ਮੈਨੂੰ, ਉਹ ਜਦੋਂ ਮੈਂ ਸੁਣਿਆ ਨਾ, ਮੈਂ ਕਿਹਾ ਵਾਓ, ਲਾਈਕ ਰੀਅਲੀ। ਉਹ ਬਿਕਾਜ਼ ਜਦੋਂ ਤੁਸੀਂ ਪੜ੍ਹਦੇ ਹੋ ਜਾਂ ਜਿਹੜੀ ਚੀਜ਼ ਤੋਂ ਤੁਸੀਂ ਨਿਕਲਦੇ ਹੋ ਨਾ, ਤੁਸੀਂ ਰਿਲੇਟ ਕਰ ਪਾਉਂਦੇ ਹੋ ਕਿ ਕਿੰਨੀ ਕੁ ਮਿਹਨਤ ਗਈ ਹੋਣੀ ਇਹਦੇ ਵਿੱਚ। ਸੋ ਗੁਰਵੀਰ ਉਹਦੇ ਤੋਂ ਬੀਟੈਕ 골ਡ ਮੈਡਲਿਸਟ ਬਣ ਕੇ ਬੈਂਗਲੌਰ ਯੂਨੀਵਰਸਿਟੀ ਤੋਂ ਰਿਕਾਰਡ ਤੋੜ ਕੇ, ਫਿਰ ਨੈਕਸਟ ਸਟੈਪ ਕੀ ਸੀ ਇਨ ਦ ਜਰਨੀ? ਨੈਕਸਟ ਸਟੈਪ ਗੇਟ, ਕਿਉਂਕਿ ਮੈਨੂੰ ਇਹ ਸੀਗਾ ਕਿ ਆਪਾਂ ਨੂੰ, ਖੈਰ ਸਾਰਿਆਂ ਨੂੰ ਇਹ ਡਰ ਹੁੰਦਾ ਨਾ ਕਿ ਬੀਟੈਕ ਕਰ ਲਈ, ਹੁਣ ਇਸ ਤੋਂ ਅੱਗੇ ਕੀ, ਕਿਉਂਕਿ ਜੌਬ ਲਈ ਮੈਂ ਤਿਆਰ ਨਹੀਂ ਸੀਗੀ। ਤਾਂ ਮੈਂ ਪੜ੍ਹਨਾ ਸੀ ਅੱਗੇ ਹੋਰ, ਹਨਾ, ਕਿਉਂਕਿ ਇੱਕ ਵਾਰੀ ਚਸਕਾ ਪੈ ਜੇ ਤਾਂ ਛੁੱਟਦਾ ਨਹੀਂ, ਪੜ੍ਹਾਈ ਵਾਲਾ ਤਾਂ ਜਮਾ ਨਹੀਂ ਛੁੱਟਦਾ। ਤੇ ਫਿਰ ਮੈਂ ਗੇਟ ਦਾ ਐਗਜ਼ਾਮ ਦਿੱਤਾ, ਜਿਹੜਾ IITs ਲਈ ਹੁੰਦਾ, MTech ਸੀਟ ਲਈ। ਤਾਂ ਉਹਦੀ ਵੀ ਨਾਲ ਤਿਆਰੀ ਕਰਨੀ, ਉਸ ਤੋਂ ਬਾਅਦ ਉੱਥੋਂ ਦੇ ਐਗਜ਼ਾਮਸ ਦੇਣੇ। ਮੀਡੀਅਮ ਚੇਂਜ ਹੋਇਆ, ਹਿੰਦੀ ਤੋਂ ਇੰਗਲਿਸ਼ ਹੋਇਆ, ਫਿਰ ਲੈਂਗੁਏਜ ਬੈਰੀਅਰ। ਉਸ ਦੇ ਬਾਵਜੂਦ ਮੇਰੀ ਗੇਟ 'ਚ ਕਾਫੀ ਅੱਛੀ, ਮਤਲਬ ਸੈਕਿੰਡ ਰੈਂਕ, ਆਲ ਇੰਡੀਆ ਸੈਕਿੰਡ ਰੈਂਕ ਆਈ ਸੀਗੀ ਗੇਟ 'ਚ। ਤਾਂ ਫਿਰ ਉੱਥੋਂ ਮੈਂ IIT ਖੜਗਪੁਰ ਆ ਗਈ। क्या बात, क्या बात, क्या बात। A dream place, I think, है ना, किन्नियां ਲਈ a dream destination for the engineering students and ਤੇ ਉਹ ਅੱਛਾ, ਖੜਗਪੁਰ ਤੋਂ MTech, MTech, ਫਿਰ PhD ਵੀ ਖੜਗਪੁਰ ਤੋਂ। क्या बात, वाओ, लिटरली वाओ वाओ वाओ। ਤੇ PhD ਕਿਹੜੇ ਚ, ਉਹਦੇ ਚ ਕੀਤੀ ਹੈ ਤੁਸੀਂ? PhD ਮੇਰੀ ਫੂਡ ਪ੍ਰੋਸੈਸਿੰਗ ਚ। ਅੱਛਾ, ਸੋ ਦਿਸ ਇਜ਼ ਵਾਟ ਯੂ ਚੋਜ਼ ਬਿਕਾਜ਼, ਤੇ ਫਿਰ ਉਹਦੇ ਤੋਂ ਬਾਅਦ ਗੁਰਵੀਰ ਇੰਨਾ ਸਫ਼ਰ ਜਿਹੜਾ ਪਿੰਡ ਦੇ ਸਕੂਲਾਂ ਚੋਂ ਗੁਜ਼ਰਦੇ ਹੋਏ, ਬੈਂਗਲੌਰ ਖੜਗਪੁਰ ਤੋਂ ਨਿਕਲਦੇ ਹੋਏ, ਉਹਦੇ ਤੋਂ ਬਾਅਦ ਜਦੋਂ ਡਾਕਟਰ ਗੁਰਵੀਰ ਬਣ ਗਈ ਔਰ ਵਾਪਸ ਪਿੰਡ ਆਉਂਦੀ ਹੈ, ਵਾਪਸ ਪੇਰੈਂਟਸ ਕੋ ਆਉਂਦੀ ਹੈ, ਤੇ ਪਹਿਲਾਂ ਡੈਡੀ ਦਾ ਖਾਸ ਕਰ, ਮੈਂ ਥੋੜੀ ਆਪਣੇ ਡੈਡ ਨਾਲ ਜ਼ਿਆਦਾ ਅਟੈਚਡ, ਮੈਨੂੰ ਇਹ ਹੁੰਦਾ ਹੈ ਕਦੀ ਜੈਂਡਰ ਦਾ ਇਹ ਹੁੰਦਾ ਹੈ ਕਿ ਫਾਦਰ ਲਈ ਬੜੀ ਕੁੜੀਆਂ ਥੋੜਾ। ਹਾਊ ਵਾਜ਼ ਹੀ ਫੀਲਿੰਗ ਥਰੂ ਆਊਟ, ਜਦੋਂ ਇੰਨੀਆਂ ਅਚੀਵਮੈਂਟਸ, ਇੰਨੇ ਫੈਦਰਸ ਲੱਗਦੇ ਰਹੇ ਇਨ ਯੋਰ ਕੈਪ? ਤੇ ਬਿਲਕੁਲ, ਕਿਉਂਕਿ ਮੈਂ ਚਾਹੁੰਦੀ ਸੀ ਕਿ ਪਾਪਾ ਜਦੋਂ ਮੈਂ 골ਡ ਮੈਡਲ ਲਵਾਂ ਬੈਂਗਲੌਰ, ਉਦੋਂ ਵੀ ਆਉਣ। ਖੈਰ ਉਦੋਂ ਉਹਨਾਂ ਦਾ ਪਲਾਨ ਨਹੀਂ ਬਣਿਆ। ਆਪਣੇ ਪਿੰਡਾਂ ਦੇ ਕੁਝ ਥੋੜਾ ਡਰਦੇ ਵੀ ਹੁੰਦੇ ਆ ਕਿ ਬੋਲਾਂਗੇ ਕੀ ਉੱਥੇ ਜਾ ਕੇ, ਹਨਾ, ਕਿਉਂਕਿ ਭਾਸ਼ਾ ਸਭ ਤੋਂ ਵੱਡੀ ਪ੍ਰੋਬਲਮ ਲੈਂਗੁਏਜ ਦੀ ਆਉਂਦੀ ਹੈ। ਇੱਥੇ ਤਾਂ ਮੈਂ ਬੁਲਾਏ ਸੀ PhD ਦੇ ਕਨਵੋਕੇਸ਼ਨ ਤੇ, ਮੇਰੇ ਆਏ ਸੀ ਪਾਪਾ, ਐਂਡ ਹੀ ਵਾਸ ਸੋ ਪ੍ਰਾਊਡ। ਮਤਲਬ ਮੈਂ ਸੀਰੀਅਸਲੀ, ਮੈਨੂੰ ਕਿਵੇਂ ਉਹ ਸਾਰਿਆਂ ਨੂੰ ਗੱਲਾਂ ਦੱਸਦੇ ਆ, ਉਦੋਂ ਪਤਾ ਲੱਗਦਾ। ਆਪਣੇ ਸਾਹਮਣੇ ਤਾਂ ਨਹੀਂ ਕਹਿੰਦੇ, ਬਹੁਤ ਵਾਰ ਨਹੀਂ, ਐਗਜ਼ੈਕਟਲੀ ਕੁਛ ਨਹੀਂ ਕਹਿੰਦੇ, ਪਰ ਜਦੋਂ ਲੋਕਾਂ ਨੂੰ ਦੱਸਦੇ ਆ ਨਾ ਉਹ ਕਿ ਮੈਂ, ਮਤਲਬ ਹੁਣੇ ਪਾਪਾ ਨੇ ਜਿਵੇਂ IIT ਖੜਗਪੁਰ ਦੀ ਹਿਸਟਰੀ ਜਾਣੀ, ਪਾਪਾ ਨੇ ਜਿਵੇਂ ਹਿਸਟਰੀ ਜਾਣੀ ਕਿ ਇੱਥੇ, ਅੱਛਾ, ਮਤਲਬ ਪਾਪਾ ਨੂੰ ਇਹ ਨਹੀਂ ਪਤਾ ਸੀਗਾ ਕਿ ਐਗਰੀਕਲਚਰ ਸਿਰਫ IIT ਖੜਗਪੁਰ 'ਚ ਹੀ ਆ, ਹਨਾ, ਕਿ ਸੀਟਾਂ ਹੋਰ ਘੱਟ ਜਾਂਦੀਆਂ ਫਿਰ ਜਦੋਂ ਇੱਕ ਬ੍ਰਾਂਚ ਸਿਰਫ ਇੱਕ ਹੀ IIT 'ਚ ਹੋਵੇ ਤਾਂ। ਤੇ ਫਿਰ ਮਤਲਬ ਪਾਪਾ ਨੇ ਉੱਥੇ ਮੇਰੇ ਪ੍ਰੋਫੈਸਰਸ ਨਾਲ ਗੱਲ ਕੀਤੀ,
ਔਰ ਗੱਲ ਵੀ ਐਵੇਂ ਹੋਈ, ਮੇਰੇ ਪ੍ਰੋਫੈਸਰਸ ਬੰਗਾਲੀ ਚ ਗੱਲ ਕਰ ਰਹੇ ਆ, ਪਾਪਾ ਪੰਜਾਬੀ ਚ ਗੱਲ ਕਰ ਰਹੇ ਆ, ਮੈਨੂੰ ਨਹੀਂ ਪਤਾ ਕੀ ਸਮਝ ਆਇਆ ਇਹਨਾਂ ਕੀ ਨੂੰ। ਗੱਲ ਕਰਦੇ? ਪਰ ਹਾਂਜੀ, ਤੇ ਪਰ ਹਾਂ ਹੀ ਵਾਸ ਸੋ ਪ੍ਰਾਊਡ। ਔਰ ਪਾਪਾ ਨੇ ਮੈਨੂੰ ਕਿਹਾ ਤੇਰੀ ਇੱਕ ਕੰਪਲੇਨ ਨਹੀਂ ਆਈ ਅੱਜ ਤੱਕ, ਮਤਲਬ ਤੇਰੇ ਪ੍ਰੋਫੈਸਰਸ ਨੇ ਵੀ ਇਹੀ ਕਿਹਾ ਕਿ ਮਤਲਬ ਗੋਲਡ ਮੈਡਲਿਸਟ ਪਰਫੈਕਟ ਵਾਲਿਆਂ ਦੀ ਕੰਪਲੇਂਟ ਘੱਟ ਹੀ ਹੁੰਦੀ ਹੈ। ਬਟ ਹਾਂ ਹੀ ਸੋ ਪ੍ਰਾਊਡ। ਇਹ ਤਾਂ ਮੈਂ ਮੈਂ ਕਹਿ ਸਕਦੀ ਹਾਂ, ਮਤਲਬ ਇਹ ਹਾਂ ਹੁਣ ਦੇਖਣ ਨੂੰ ਦੇਖ ਕੇ ਲੱਗਦਾ ਮੇਰੇ ਹੁਣ ਉਹਨਾਂ ਨੂੰ ਪਤਾ ਹਨਾ, ਮੈਂ ਕੀ ਖੁਸ਼ੀ ਰਿਗਰੈਟ ਹੁੰਦੀ ਹੈ। ਕਰ ਰਹੀ ਹਾਂ, ਮੇਰਾ ਦਿਲ ਕਰ ਰਿਹਾ ਕਿ ਨਾਲ ਉਹਨਾਂ ਨੂੰ ਇੱਥੇ ਬਿਠਾ ਕੇ ਉਹਨਾਂ ਨੂੰ ਜ਼ਰੂਰ ਪੁੱਛਦੇ। ਔਰ ਬਿਕਾਜ਼ ਆ ਜਿਹੜੀ ਫੀਲਿੰਗ ਹੈ ਨਾ, ਜਿਹੜੀ ਬੱਚਾ ਇੰਨਾ ਆਪਣੇ ਬਲਬੂਤੇ ਤੇ ਆਪਣੀ ਹਿੰਮਤ, ਆਪਣੀ ਡੈਡੀਕੇਸ਼ਨ ਨਾਲ। ਔਰ ਮੈਂ ਇੱਕ ਹੋਰ ਇੱਕ ਆਈ ਥਿੰਕ ਵਨ ਆਫ ਦ ਟਾਕ ਸੈਸ਼ਨਸ ਵਿਚ ਆਈ ਹਰਡ ਯੂ ਸੇਇੰਗ ਕਿ ਮੈਂ ਚਾਹੁੰਦੀ ਸੀ ਕਿ ਮੇਰੇ ਕੱਦ ਵੱਲ ਲੋਕਾਂ ਦਾ ਧਿਆਨ ਜਾਂਦਾ ਸੀ ਤੇ ਮੇਰੀ ਅਚੀਵਮੈਂਟਸ ਦਾ ਬਿਲਕੁਲ ਕੱਦ ਇੰਨਾ ਹੋਵੇ ਕਿ ਮੇਰੇ ਉਹ ਮੇਰਾ ਕੱਦ ਹੈ ਅਸਲੀ। ਐਂਡ ਸੋ ਟਰੂ, ਸੋ ਵੈਲ ਸੈਡ ਗੁਰਵੀਰ। ਜਿਹੜੀ ਹਾਂ, ਇਹ ਕਿਉਂਕਿ ਤੁਹਾਡੀ ਇਹ ਸਾਰੀ ਇਹ ਲਗਨ ਨਾਲ ਜਿੱਦਾਂ ਤੁਸੀਂ ਪ੍ਰੋਸੀਡ ਕੀਤੇ ਹੋ ਨਾ, ਇਹ ਇੰਨੀ ਇਨਸਪਾਇਰਿੰਗ ਹੈ। ਔਰ ਇਹ ਇਨ ਅ ਵੇ ਇੰਨਾ ਇੰਪੈਕਟ ਛੱਡਦੀ ਹੈ ਨਾ। ਆਈ ਥਿੰਕ ਜਦੋਂ ਤੋਂ ਮੈਂ ਪਤਾ ਕਿ ਮੈਂ ਜਦੋਂ ਤੋਂ ਇਹ ਇੱਧਰ ਨੂੰ ਹੋਈ ਹਾਂ, ਇਨ ਦ ਸੈਂਸ ਕਿ ਵੈਸੇ ਵੀ ਮੈਂ ਜਿਹੜੀ ਸੈਕਿੰਡ ਬੁੱਕ ਲਿਖੀ ਸੀ ਨਾ, ਉਹ ਅਬਾਊਟ ਵਿਮਨ ਪਰਸਨੈਲਿਟੀਜ਼ ਸੀ। ਹਾਂਜੀ ਬਹੁਤ ਮੈਨੂੰ ਖਿੱਚਦੀ ਹੈ ਇਹ ਚੀਜ਼, ਜਿਹੜੀ ਨਾ ਔਰਤਾਂ ਦੇ ਅੰਦਰ, ਆਪਣੇ ਜੈਂਡਰ ਦੇ ਅੰਦਰ ਜਿਹੜੇ ਨਾ ਸਾਰੇ ਬਲੌਕੇजेस ਨੂੰ ਦੂਰ ਕਰਕੇ ਅੱਗੇ ਵਧਣ ਵਾਲਾ ਜਿਹੜਾ ਸਟਰੈਂਥ ਹੈ। ਔਰ ਮੈਂ ਜਿੰਨਾ ਜ਼ਿਆਦਾ ਹੁਣ ਤੁਹਾਡੇ ਵਰਗੇ ਲੋਕਾਂ ਨਾਲ ਮਿਲ ਰਹੀ ਹਾਂ, ਇੰਟਰੈਕਟ ਕਰ ਰਹੀ ਹਾਂ, ਮੈਨੂੰ ਕਿਤੇ ਨਾ ਕਿਤੇ ਮੈਂ ਸ਼ਰਮਸਾਰ ਵੀ ਹੁੰਨੀ ਹੈ ਕਿ ਇੰਨੀ ਛੋਟੀ ਜਦੋਂ ਕੋਈ ਪਰੇਸ਼ਾਨੀ ਆ ਜਾਂਦੀ ਹੈ ਤੇ ਗਿਵ ਅਪ ਕਰਨ ਦਾ ਮੈਂ ਕਈ ਵਾਰ ਏਦਾਂ ਸੋਚ ਲੈਂਦੀ ਹਾਂ ਜਾਂ ਕੁਝ। ਇਟ ਇਜ਼ ਸੋ ਇਨਸਪਾਇਰਿੰਗ। ਆਈ ਥਿੰਕ ਜੇ ਹਰ ਘਰ ਵਿੱਚ ਤੁਹਾਡੇ ਵਰਗੀ ਬੇਟੀ ਹੋਏ ਨਾ, ਤੇ ਫਿਰ ਕਦੀ ਕੋਈ ਫੀਮੇਲ ਫੀਟੀਸਾਈਡ ਦਾ ਕੇਸ ਲੋਕੀ ਡਰਨੋਂ ਹਟ ਜਾਣਗੇ। ਓਨੈਸਟਲੀ ਇਹ ਮੇਰੇ ਦਿਲ ਤੋਂ ਆ ਰਹੀ ਹੈ। ਹਟਣਾ ਵੀ ਚਾਹੀਦਾ, ਕਿਉਂਕਿ ਡਿਜ਼ਰਵ ਕਰਦੀਆਂ ਕੁੜੀਆਂ, ਸੱਚੀ ਬਹੁਤ ਮਿਹਨਤ ਕਰਦੀਆਂ। ਮੈਂ ਨਹੀਂ ਕਹਿੰਦੀ ਮੁੰਡੇ ਨਹੀਂ ਕਰਦੇ, ਪਰ ਕੁੜੀਆਂ ਵੀ ਇਕੁਅਲ ਮਿਹਨਤ ਕਰਦੀਆਂ ਅਗਰ ਮੌਕਾ ਮਿਲਦਾ ਤਾਂ, ਹਨਾ। ਕਿਉਂਕਿ ਮੈਨੂੰ ਮੌਕਾ ਮਿਲਿਆ, ਮੈਨੂੰ ਜਿਵੇਂ ਨਹੀਂ ਰੋਕਿਆ, ਕਿੰਨਾ ਵੀ ਕੁਛ ਹੋਵੇ, ਮਤਲਬ ਐਵੇਂ ਹੁੰਦਾ ਨਾ ਤੁਹਾਨੂੰ ਫਰੀडम ਮਿਲਦੀ। ਤਾਂ ਮੈਨੂੰ ਪਾਪਾ ਕਿੰਨੀ ਪੂਰੀ ਫਰੀडम ਹੈ ਹੁਣ ਵੀ ਅਗਰ ਮੈਂ ਅੱਧੀ ਰਾਤ ਨੂੰ ਵੀ ਕਿਤੇ ਜਾਣਾ ਤਾਂ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਦੇ ਕਿ ਕਿੱਥੇ ਚੱਲੀ ਹਨਾ। ਤਾਂ ਤੁਸੀਂ ਮੈਂ ਫੇਥ ਹੁੰਦਾ ਬਹੁਤ ਅਰਨ ਵੀ ਵਾਰ ਕੀਤਾ ਹੁੰਦਾ ਹੈ। ਔਰ ਦੂਜਾ ਹੈ ਕਿ ਫੈਮਿਲੀ ਔਰ ਪੇਰੈਂਟਸ ਦੀ ਸਪੋਰਟ ਦੇ ਨਾਲ ਤੁਸੀਂ ਕਿੱਥੇ ਤੋਂ ਕਿੱਥੇ ਪਹੁੰਚ ਸਕਦੇ ਹੋ। ਤੇ ਗੁਰਵੀਰ ਅੱਜ ਕੱਲ ਕੀ ਕਰ ਰਹੀ ਹੈ? ਅੱਜ ਕੱਲ ਆਨਲਾਈਨ ਕਲਾਸਿਸ, ਘਰ ਦਾ ਕੰਮ। ਤੇ ਨਹੀਂ ਕਿਉਂਕਿ ਇਹ ਅੱਛਾ ਆਨਲਾਈਨ ਕਲਾਸਿਸ ਉੱਥੇ ਨਹੀਂ ਹੋ ਜੈਪੁਰ? ਹਾਂਜੀ ਨਹੀਂ ਜੈਪੁਰ ਨਹੀਂ ਹੈ, ਘਰ ਆ ਗਈ ਸੀ ਕਿਉਂਕਿ ਜੈਪੁਰ ਕਾਫੀ ਕੇਸਿਸ ਹੋ ਗਏ ਸੀ। ਪਰ ਆਨਲਾਈਨ ਕਲਾਸਿਸ ਉਹੀ 9 to 5 ਦਾ ਟਾਈਮ ਹੁੰਦਾ, ਆਨਲਾਈਨ ਕਲਾਸਿਸ ਲੱਗਦੀਆਂ। ਨਾਲ ਆਈ ਹਰਡ ਯੂ ਵਰ ਐਸੋਸੀਏਟਡ ਵਿਦ ਇੱਕ ਬੱਚਿਆਂ ਦੀ ਕਾਜ਼ ਦੇ ਲਈ, ਚਾਈਲਡ ਰਾਈਟਸ ਐਂਡ ਯੂ। ਹਾਂਜੀ ਉਹ ਕੀ ਹੈ ਜੀ ਉਹਦੇ ਬਾਰੇ? ਐਕਚੁਅਲੀ ਮੈਂ ਮਤਲਬ ਚਾਈਲਡ ਰਾਈਟਸ ਲਈ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਐਮਟੈਕ ਫਸਟ ਈਅਰ ਤੋਂ। ਮਤਲਬ ਮੈਨੂੰ ਇਹ ਸੀਗਾ ਕਿ ਬੱਚੇ ਜਿਹੜੇ ਸੜਕ ਤੇ ਬੱਚੇ ਮਿਲਦੇ ਹੁੰਦੇ ਆ ਹਨਾ, ਤਾਂ ਜਿਵੇਂ ਆਪਾਂ ਸਟੇਸ਼ਨ ਤੇ ਜਾਂਦੇ ਹਾਂ, ਤਾਂ ਮੈਨੂੰ ਇਹ ਚੀਜ਼ ਸ਼ੁਰੂ ਹੋਈ ਸੀ ਜਦੋਂ ਮੈਂ ਟ੍ਰੇਨ ਤੇ ਟਰੈਵਲ ਕਰਦੀ ਹੁੰਦੀ ਸੀ ਕਾਲਜ ਜਾਂ ਯੂਨੀਵਰਸਿਟੀ ਜਦੋਂ ਜਾਂਦੀ ਸੀ। ਤਾਂ ਉੱਥੇ ਬੱਚਿਆਂ ਨੇ ਮਿਲਣਾ ਹਨਾ, ਛੋਟੇ ਛੋਟਿਆਂ ਨੇ, ਔਰ ਬਹੁਤ ਸਾਰੇ ਬੱਚਿਆਂ ਦੇ ਪੈਰੈਂਟਸ ਨਹੀਂ ਸੀ ਹੁੰਦੇ। ਤਾਂ ਮੈਂ ਖੜਗਪੁਰ ਜਦੋਂ ਗਈ ਤਾਂ ਫਿਰ ਮੇਰਾ ਮਤਲਬ ਚਾਈਲਡ ਰਾਈਟਸ ਐਂਡ ਯੂ ਪਹਿਲਾਂ ਤੋਂ ਇੱਕ ਆਰਗੇਨਾਈਜੇਸ਼ਨ ਚੱਲ ਰਿਹਾ ਸੀ, ਤਾਂ ਉਹਨਾਂ ਨਾਲ ਫਿਰ ਮਿਲ ਕੇ ਅਸੀਂ ਚਾਈਲਡ ਸਰਵੇ, ਚਾਈਲਡ ਲੇਬਰ ਸਰਵੇ, ਐਜੂਕੇਸ਼ਨ ਬਾਰੇ ਸਰਵੇ ਕੀਤਾ। ਤਾਂ ਫਿਰ ਪਤਾ ਲੱਗਿਆ ਕਿ ਮਤਲਬ ਮੈਨੂੰ ਲੱਗਿਆ ਕਿ ਮੈਂ ਮਤਲਬ ਇੰਨਾ ਕੁਛ ਦਿੰਦੀ ਆਪਾਂ ਨੂੰ, ਇਨਡਾਇਰੈਕਟਲੀ ਡਾਇਰੈਕਟਲੀ ਕੁਛ ਨਾ ਕੁਛ ਮਿਲਦਾ ਸੋਸਾਇਟੀ ਤੋਂ ਹਨਾ। ਤਾਂ ਮੈਨੂੰ ਸੀਗਾ ਕਿ ਆਪਾਂ ਦਸਵੰਧ ਕੱਢਦੇ ਹੀ ਆ ਹਨਾ, ਸ਼ੁਰੂ ਤੋਂ ਹੀ ਮਿਲਿਆ ਹੀ ਹੁੰਦਾ ਆਪਾਂ ਨੂੰ ਹਨਾ, ਵਿਰਾਸਤ ਦੀ ਇਹ ਚੀਜ਼ ਹੈਗੀ ਆ। ਤਾਂ ਮੈਂ ਉਹ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਹਨਾ, ਫਿਰ ਪੜ੍ਹਾਉਣਾ। ਔਰ ਕਦੇ ਹੁੰਦਾ ਸੀਗਾ ਕਿ ਟਰੈਵਲ ਕਰ ਰਹੇ, ਮਤਲਬ ਮੈਂ ਟਰੈਵਲ ਬਹੁਤ ਕਰਦੀ, ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਆ ਹਨਾ। ਬੱਸ ਸਟੈਂਡ ਵਗੈਰਾ ਜਾਣਾ, ਉੱਥੇ ਬੱਚੇ ਮਿਲ ਜਾਣਾ, ਫਿਰ ਉਹਨਾਂ ਨੂੰ ਅਗਰ ਲੱਗਦਾ ਕਿ ਮਤਲਬ ਇਹ ਪੜ੍ਹਨ ਦਾ ਸ਼ੌਂਕ ਰੱਖਦੇ ਆ ਨਾ ਜਾਂ ਕੁਛ ਹੋਰ ਕਰ ਸਕਦੇ ਆ ਮੰਗਣ ਤੋਂ ਇਲਾਵਾ ਹਨਾ। ਔਰ ਬਹੁਤ ਸਾਰੇ ਬੱਚੇ ਸੱਚੀ ਕਰਨਾ ਚਾਹੁੰਦੇ ਆ ਔਰ ਉਹਨਾਂ ਦੇ ਪੈਰੈਂਟਸ ਨਹੀਂ ਮੰਨਦੇ ਐਕਚੁਅਲੀ। ਹਾਂ, ਤਾਂ ਫਿਰ ਮੇਰਾ ਬਹੁਤ ਵਾਰ ਹੁੰਦਾ ਸੀ ਮੈਂ ਟਰੈਵਲ ਕਰ ਰਹੀ ਹਾਂ ਔਰ ਜਾਣਾ ਕਿਤੇ ਹੋਰ ਆ, ਰੁਕ ਗਈ ਅੱਧ ਵਿਚਾਲੇ, ਉਹਨਾਂ ਦੇ ਪੈਰੈਂਟਸ ਨੂੰ ਮਨਾਉਂਦੀ ਰਹਿ ਗਈ। ਪਰ ਹਾਂ, ਮੈਨੂੰ ਬਹੁਤ ਸੈਟਿਸਫੈਕਸ਼ਨ ਜਿਹਾ ਫੀਲ ਹੁੰਦਾ ਜਦੋਂ ਅਗਰ 10 ਬੱਚੇ ਵੀ ਉੱਥੇ ਮੰਗ ਰਹੇ, ਉਹਨਾਂ ਚੋਂ 5 ਵੀ ਅਗਰ ਮੰਨ ਜਾਂਦੇ ਆ ਪੜ੍ਹਨ ਲਈ ਹਨਾ। ਉਹਨਾਂ ਦੀਆਂ ਜਿਹੜੀਆਂ ਥੋੜੀਆਂ ਬਹੁਤ ਨੀਡਸ ਹੁੰਦੀਆਂ, ਬੁੱਕਸ ਵਗੈਰਾ ਜਾਂ ਸਕੂਲ 'ਚ ਐਡਮਿਸ਼ਨ ਕਰਾਉਣਾ ਜਾਂ ਇਹ ਸਭ ਕੁਛ ਪੂਰਾ ਕਰਕੇ ਨਾ,
ਬਹੁਤ ਬਹੁਤ ਨਜ਼ਾਰਾ ਆਉਂਦਾ। ਔਰ ਅਸੀਂ ਮਤਲਬ ਸਾਡਾ ਖੜਗਪੁਰ ਵੀ 5 ਡੇਜ਼ ਵਰਕਿੰਗ ਹੁੰਦਾ ਸੀ, ਵੈਸੇ ਤਾਂ 7 ਡੇਜ਼ ਕਦੇ ਵੀ ਕੰਮ ਕਰ ਸਕਦੇ ਹਾਂ, ਪਰ ਸੈਟਰਡੇ ਨੂੰ ਫਿਰ ਸਾਡਾ ਹੁੰਦਾ ਸੀ ਫਿਕਸ ਕਿ ਅਸੀਂ ਨੇੜੇ ਦੇ ਗਵਰਨਮੈਂਟ ਸਕੂਲਸ 'ਚ ਜਾਣਾ। ਤਾਂ ਨੇੜੇ ਨੇੜੇ ਪਿੰਡਾਂ ਦੇ ਮਤਲਬ ਗਵਰਨਮੈਂਟ ਸਕੂਲ 'ਚ ਜਾ ਕੇ ਫਿਰ ਉੱਥੇ ਉਹਨਾਂ ਨੂੰ ਪੜ੍ਹਾਉਣਾ। ਉਹ ਪੜ੍ਹਾਉਣਾ ਇਨ ਦਾ ਸੈਂਸ ਕਿਤਾਬੀ ਵਾਲਾ ਨਹੀਂ ਪੜ੍ਹਾਉਂਦੇ ਸੀ, ਪ੍ਰੈਕਟੀਕਲ ਲਾਈਫ ਬਾਰੇ ਮਤਲਬ ਪ੍ਰੈਕਟੀਕਲ ਕਰਾਉਣੇ ਉਹਨਾਂ ਨੂੰ, ਅੱਡ ਤਰੀਕੇ ਨਾਲ ਪੜ੍ਹਾਉਣਾ ਹਨਾ, ਅੱਡ ਅੱਡ ਚੀਜ਼ਾਂ ਦਿਖਾਉਣੀਆਂ। ਔਰ ਫਿਰ ਜਦੋਂ ਹੌਲੀ ਹੌਲੀ 2 ਸਾਲ ਕੰਮ ਕਰਨ ਤੋਂ ਬਾਅਦ ਜਦੋਂ ਸੈਕਸ਼ੂਅਲ ਅਬਿਊਜ਼ ਵਾਲੇ ਕੇਸਿਸ ਪੜ੍ਹਨ ਲੱਗੇ ਹਨਾ ਵੀ ਕਾਫੀ ਜ਼ਿਆਦਾ ਹੋ ਰਿਹਾ, ਤਾਂ ਪਤਾ ਲੱਗਿਆ ਕਿ ਆਪਾਂ ਨੂੰ ਕਿੰਨਾ ਕੁ ਪਤਾ ਹਨਾ। ਤਾਂ ਅਗਰ ਆਪਾਂ ਵੇਖੀਏ ਤਾਂ ਮੈਨੂੰ ਉਦੋਂ ਸੱਚੀ ਨਹੀਂ ਕੁਝ ਪਤਾ ਸੀ ਕਿ ਕਿਵੇਂ ਹੁੰਦਾ, ਕੌਣ ਕਰਦਾ। ਕੇਸ ਕੱਢ ਕੇ ਦੇਖੇ ਤਾਂ ਪਤਾ ਲੱਗਿਆ ਕਿ 94-95% ਅਬਿਊਜ਼ ਬੱਚਿਆਂ ਦੇ ਘਰੇ ਹੁੰਦੇ ਆ, ਘਰੇ ਹੁੰਦੇ ਆ। ਔਰ ਉਸ ਤੋਂ ਵੀ ਜ਼ਿਆਦਾ ਸ਼ੌਕਿੰਗ ਸੀਗਾ ਕਿ ਮਤਲਬ 45% ਕੁੜੀਆਂ ਨਾਲ ਹੁੰਦੇ, 55% ਮੁੰਡਿਆਂ ਨਾਲ ਹੁੰਦੇ ਹਨਾ। ਤਾਂ ਫਿਰ ਉੱਥੇ ਮਤਲਬ ਫਰੈਂਡਸ ਨੇ ਮਿਲ ਕੇ ਇੱਕ ਸ਼ੁਰੂ ਕੀਤਾ ਹੋਇਆ ਸੀਗਾ, ਮਤਲਬ ਇੱਕ ਫਿਰ ਅਸੀਂ ਚੈਪਟਰ ਬਣਾਇਆ ਪ੍ਰੋਜੈਕਟ ਬਾਲ ਰਕਸ਼ਕ, ਫਿਰ ਉਹਦੀਆਂ ਅਵੇਅਰਨੈਸ ਕਰਾਉਣੀਆਂ ਸ਼ੁਰੂ ਕੀਤੀਆਂ। ਤਾਂ ਸਾਡਾ ਸੈਟਰਡੇ ਫਿਕਸ ਹੁੰਦਾ ਸੀ ਕਿ ਕੋਈ ਸਕੂਲ ਚੱਕ ਕੇ ਉੱਥੇ ਨਰਸਰੀ ਤੋਂ ਲੈ ਕੇ 10th ਕਲਾਸ ਦੇ ਬੱਚਿਆਂ ਨੂੰ ਵਰਕਸ਼ਾਪ ਕਰਵਾਉਂਦੇ ਸੀ ਅਵੇਅਰਨੈਸ ਲਈ। ਫਿਰ ਬੱਚਿਆਂ ਨੂੰ ਨਹੀਂ, ਸਿਰਫ ਉਹਨਾਂ ਦੇ ਪੇਰੈਂਟਸ ਨੂੰ ਵੀ, ਕਿਉਂਕਿ ਪੇਰੈਂਟਸ ਦੀ ਅਵੇਅਰਨੈਸ ਦੀ ਜ਼ਿਆਦਾ ਲੋੜ ਆ। ਤਾਂ ਉਹੀ ਚੀਜ਼ ਉੱਥੇ ਖੜਗਪੁਰ ਕੀਤੀ, ਫਿਰ ਉਹ ਮੈਂ ਇੱਧਰ ਵੀ ਆ ਕੇ ਸ਼ੁਰੂ ਕੀਤਾ ਹਨਾ ਇੱਧਰ, ਕਿਉਂਕਿ ਬੋਲਦਾ ਨਹੀਂ ਕੋਈ। ਔਰ ਹੁਣ ਵੀ ਜਿਵੇਂ ਕੇਸਿਸ ਜਿਹੜੇ ਸਾਹਮਣੇ ਆਉਂਦੇ ਆ ਤਾਂ ਬਹੁਤ ਵਾਰ ਹੁੰਦਾ ਕਿ ਪੇਰੈਂਟਸ ਚੁੱਪ ਕਰਾਉਂਦੇ ਆ ਅਗਰ ਬੱਚੇ ਨਾਲ ਕੁਝ ਗਲਤ ਹੋਇਆ ਹੁੰਦਾ, ਤੇ ਪੇਰੈਂਟਸ ਨੂੰ ਵੀ ਅਗਰ ਛੱਡੋ ਤਾਂ ਮਾਵਾਂ ਚੁੱਪ ਕਰਾਉਂਦੀਆਂ ਕਿ ਨਹੀਂ ਕੋਈ ਗੱਲ ਨਹੀਂ ਹਨਾ, ਕਿਉਂਕਿ ਅਵੇਅਰਨੈਸ ਨਹੀਂ ਹੈ, ਪਤਾ ਹੀ ਨਹੀਂ ਹੈ ਕਿ ਐਕਟ ਕੀ ਹੈ, ਆਪਾਂ ਕੀ ਕਰ ਸਕਦੇ ਹਾਂ ਹਨਾ। ਮੇਰਾ ਸਿਰਫ ਇੱਕ ਤਰ੍ਹਾਂ ਦਾ ਫੋਬੀਆ ਹੈ ਨਾ ਮਨ ਦੇ ਵਿੱਚ ਕਿ ਫੋਬੀਆ ਉਹ ਚੀਜ਼। ਅੱਛਾ ਗੁਰਵੀਰ, ਖੇਤੀ ਲਈ ਜਦੋਂ ਆਪਾਂ ਅੱਜ ਐਗਰੀਕਲਚਰ ਦੇ ਵਿੱਚ PhD ਕਰ ਲਈ ਇੱਕ ਚੀਜ਼, ਤੁਹਾਨੂੰ ਲੱਗਦਾ ਵਾਪਸ ਆ ਕੇ ਇਹਦਾ ਕੋਈ ਉਪਯੋਗ ਘਰ ਦੀ ਖੇਤੀ ਵਾਲੀਆਂ ਨੂੰ ਬੈਟਰ ਕਰ? ਮੈਂ ਕਰ ਰਹੀ ਹਾਂ ਹੁਣੇ ਟਰਾਈ, ਆਰਗੈਨਿਕ ਵੱਲ ਸ਼ਿਫਟ ਹੋ ਰਹੇ ਹਾਂ। ਔਰ ਫਿਰ ਫਾਰਮ ਮਸ਼ੀਨਰੀ 'ਚ ਕਾਫੀ ਹੈਲਪ ਹੋ ਜਾਂਦੀ, ਕਿਉਂਕਿ ਪਹਿਲਾਂ ਦੀ ਖੇਤੀ ਕਰਨ ਦੇ ਤਰੀਕੇ, ਹੁਣ ਖੇਤੀ ਕਰਨ ਦੇ ਤਰੀਕੇ ਬਦਲ ਰਹੇ ਆ ਹਨਾ। ਇਕਵਿਪਮੈਂਟਸ ਦਾ ਪਤਾ ਲੱਗਦਾ, ਘਰੇ ਵੀ ਮਤਲਬ ਜਿਵੇਂ ਪਤਾ ਲੱਗਦਾ ਹਨਾ ਸਾਰਿਆਂ ਨੂੰ ਕਿ ਕਿਹੜੇ ਨਵੇਂ ਸੰਦ ਆਏ ਆ, ਕਿਹੜੀਆਂ ਨਵੀਆਂ ਤਕਨੀਕਾਂ ਆ ਗਈਆਂ। ਤੇ ਤੁਹਾਡੇ ਪਿੰਡ 'ਚ ਗੁਰਵੀਰ ਹੋਰ ਵੀ ਕਿਸੇ ਨੇ ਐਜੂਕੇਸ਼ਨ ਦੀ ਇੰਨੀ ਮੱਲ ਮਾਰੀ ਹੈ ਕਿ ਨਹੀਂ? ਆਲੇ ਦੁਆਲੇ ਵਿਆਹ ਵੀ ਹੋ ਗਏ ਸਾਰਿਆਂ ਦੇ, 5 ਜਵਾਕ ਵੀ ਹੋ ਗਏ। ਨਹੀਂ ਹੈ ਨਹੀਂ ਆਪਣੇ ਪਿੰਡ 'ਚ ਤਾਂ ਕੋਈ ਵੀ ਨਹੀਂ ਹੈ, ਮਤਲਬ ਅਸੀਂ ਆ, ਮੇਰੇ ਤੋਂ ਛੋਟੇ ਵਾਲੀ ਭੈਣ PhD ਕਰ ਰਹੀ ਹੈ ਫਿਜ਼ਿਕਸ 'ਚ। ਕਮਾਲ ਹੈ ਜੀ। ਤਾਂ ਹੋਰ ਪਿੰਡ 'ਚ ਤਾਂ ਨਹੀਂ ਕਿਸੇ ਨੇ, ਮਤਲਬ ਕਿਸੇ ਕੁੜੀ ਮੁੰਡੇ ਨੇ ਇੰਨਾ ਸਟਰੈਂਥ, ਇੰਨੀ ਜ਼ਿੱਦ, ਇੰਨੀ ਡਿਟਰਮੀਨੇਸ਼ਨ, ਇੰਨੀ ਅੰਦਰੋਂ ਇੰਨੀ ਪਾਵਰ ਕਿੱਥੋਂ ਆਉਂਦੀ ਹੈ ਇਹ ਸਾਰੀਆਂ ਚੀਜ਼ਾਂ? ਮੰਮੀ ਪਾਪਾ ਤੋਂ। ਮਤਲਬ ਪਾਪਾ ਨੇ ਜਿਵੇਂ ਛੋਟੇ ਹੁੰਦੇ ਇੱਕ ਬੱਚਿਆਂ ਨੂੰ ਚਿੜ ਹੋ ਜਾਂਦੀ ਹੈ ਨਾ ਕਿ ਯਾਰ ਸਾਨੂੰ ਸਾਰੇ ਐਂ ਕਹਿ ਦਿੰਦੇ ਆ ਕਿ 3 ਕੁੜੀਆਂ ਕਿਵੇਂ ਵਿਆਹੂਗਾ ਹਨਾ। ਔਰ ਉਸ ਤੋਂ ਬਾਅਦ ਫਿਰ ਇਹ ਚੀਜ਼ ਹੈ ਨਾ ਜਿਹੜੀ ਇਹ ਇਨਡਾਇਰੈਕਟਲੀ ਨਾ, ਮੈਂ ਵੀ ਆ ਬੁੱਕ ਵਿੱਚ ਆ ਲਿਖਿਆ ਹੈ ਕਿ ਮੈਨੂੰ ਬੜਾ ਆਬਜੈਕਸ਼ਨੇਬਲ ਔਰ ਛੋਟੇ ਹੁੰਦੇ ਤੋਂ ਸਾਈਕੀ ਤੇ ਨਾ ਬੜਾ ਇੰਪੈਕਟ ਰਹਿੰਦਾ ਸੀ ਕਿ ਮੇਰੇ ਡੈਡ ਨੂੰ ਵੀ ਸਾਰੇ ਵਿਚਾਰਾ ਕਹਿ ਕੇ ਉਹਨਾਂ ਨੇ ਕਹਿਣਾ ਕਿ ਜੀ ਇਹ ਤਾਂ ਇਹਦੀਆਂ 5 ਕੁੜੀਆਂ ਤੇ ਵਿਚਾਰਾ ਸਾਰਾ ਕੁੜੀਆਂ ਨਾਲ ਹੀ ਵਿਹੜਾ ਭਰ ਗਿਆ ਇਹਨਾਂ ਦਾ। ਤਾਂ ਉਹ ਚੀਜ਼, ਕਿਉਂਕਿ ਮੈਂ ਵੱਡੀ ਸੀ, ਮੇਰੇ ਵੀ ਇਸ ਸਾਈਕੋਲੋਜੀਕਲੀ ਨਾ ਕਿਤੇ ਇਹ ਤਕਲੀਫ ਰਹਿੰਦੀ ਹੈ ਅੰਦਰ, ਬਾਰ-ਬਾਰ ਇਹ ਚੀਜ਼ ਨੂੰ ਅਨਕੌਂਸ਼ੀਅਸਲੀ ਮਤਲਬ ਅੰਦਰ ਰਹਿ ਜਾਂਦੀ ਹੈ ਚੀਜ਼ਾਂ। ਔਰ ਵੱਡਿਆਂ ਦੇ ਖਾਸ ਕਰਕੇ, ਕਿਉਂਕਿ ਭੈਣਾਂ ਚੋਂ ਮੈਂ ਵੱਡੀ ਹਾਂ ਤਾਂ ਮੈਨੂੰ ਵੀ ਉਹ ਜ਼ਿਆਦਾ ਫੀਲ ਹੋਈਆਂ ਚੀਜ਼ਾਂ ਹਨਾ। ਤੇ ਜਾਂ ਫਿਰ ਕਿਉਂਕਿ ਮੇਰੇ ਜਨਮ ਵੇਲੇ ਕੀ ਹੋਇਆ ਜਾਂ ਕਿਸੇ ਨੇ ਕਿੰਨਾ ਕੁ ਸੁਣਾਇਆ ਉਹ ਉਹਨਾਂ ਨੂੰ ਨਹੀਂ ਪਤਾ ਹਨਾ। ਹਾਲਾਂਕਿ ਮੈਂ ਬਹੁਤ ਲਾਡਲੀ ਰਹੀ ਹਾਂ ਕਿਉਂਕਿ ਮੈਂ ਪਹਿਲੀ ਕੁੜੀ ਸੀ, ਪਰ ਫਿਰ ਵੀ ਜਦੋਂ ਹੋ ਜਾਂਦੇ ਫਿਰ ਸਾਰੇ, ਮਤਲਬ ਇਹ ਰਿਵਾਜ ਹੀ ਆ ਆਪਣੇ ਪਿੰਡ 'ਚ। ਜਿਵੇਂ ਕਈ ਬੁੜੀਆਂ ਤਾਂ ਕਹਿੰਦੀਆਂ ਚੰਗੀ ਚੀਜ਼ ਹੋ ਜਾਵੇ, ਤਾਂ ਮੈਂ ਪੁੱਛਦੀ ਹੁੰਦੀ ਚੰਗੀ ਚੀਜ਼ ਕੀ ਹੈ, ਕਹਿੰਦੇ ਮੁੰਡਾ। ਮੈਂ ਕਿਹਾ ਕਿਉਂ, ਕੁੜੀ ਚੰਗੀ ਚੀਜ਼ ਨਹੀਂ ਹੈ? ਚੀਜ਼ ਕੀ ਹੈ ਮਤਲਬ? ਹੱਦ ਹੈ। ਰੱਬ ਚੰਗੀ ਚੀਜ਼ ਦੇਵੇ। ਮੈਨੂੰ ਪਤਾ ਤੁਹਾਡੀ ਸਟੋਰੀ ਇੰਨੀ ਇੰਸਪਾਇਰਿੰਗ ਕਿਉਂ ਲੱਗਦੀ ਹੈ,
ਜਦੋਂ ਜਦੋਂ ਤੋਂ ਖਾਸ ਕਰ ਮੈਂ ਤੁਹਾਡੀ ਇੰਟਰਵਿਊ ਦੇਖੀ ਔਰ ਜਦੋਂ ਤੋਂ ਆਪਣਾ ਰਾਬਤਾ ਤੇ ਉਹਦੇ ਤੋਂ ਵੀ ਪਹਿਲਾਂ ਦਾ ਸੀ, ਬਟ ਮੈਨੂੰ ਇਹ ਨਹੀਂ ਪਤਾ ਸੀ ਕਿ ਯੂ ਹੈਵ ਅਚੀਵਡ ਹਾਂਜੀ ਸੋ ਮਚ। ਪਤਾ ਮੈਨੂੰ ਏਦਾਂ ਲੱਗਦਾ ਹੈ ਕਿ ਜਿੱਦਾਂ ਇੱਕ ਡਾਕਟਰ ਹੈ, ਡਾਕਟਰ ਦਾ ਬੱਚਾ ਕੱਲ ਨੂੰ ਡਾਕਟਰ ਬਣ ਜਾਂਦਾ ਹੈ, ਉਹਦੇ ਲਈ ਚੀਜ਼ਾਂ, ਐਕਟਰ ਦਾ ਬੱਚਾ ਨੈਪੋਟਿਜ਼ਮ ਇਹ ਉਹ ਹੈ ਨਾ ਜੋ ਕੁਝ ਹੈ, ਬਟ ਹਾਂਜੀ ਜਦੋਂ ਤੁਸੀਂ ਬਿਲਕੁਲ ਅਲੱਗ ਥਾਂ ਤੋਂ ਹੋ ਔਰ ਤੁਹਾਡੀ ਇੱਕ ਸ਼ਹਿਰ ਚ ਪਲ ਰਿਹਾ ਬੱਚਾ, ਇੰਗਲਿਸ਼ ਮੀਡੀਅਮ ਚ ਪਲ ਰਿਹਾ ਬੱਚਾ, ਉਹਦੇ ਲਈ ਕੰਪੈਰੀਟਿਵਲੀ ਇਹ ਸਾਰੀਆਂ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ ਹੈ ਕੰਪੈਰੀਟਿਵਲੀ, ਬਿਕਾਜ਼ ਸਹੂਲਤਾਂ ਵੀ ਹੁੰਦੀਆਂ ਹੈ ਔਰ ਪਿੱਛੋਂ ਹੈ ਨਾ ਉਸ ਤਰ੍ਹਾਂ ਦੀ ਬੈਕਿੰਗ ਅਪ ਵੀ ਹੁੰਦੀ ਹੈ। ਬਿਲਕੁਲ ਪਿੰਡਾਂ ਚੋਂ ਉੱਠ ਕੇ ਲੈਂਗੁਏਜ ਏਡਾ ਵੱਡਾ ਬੈਰੀਅਰ, ਫਿਰ ਤੁਸੀਂ ਉਹਨੂੰ ਕੌਂਕਰ ਕਰਦੇ ਹੋਏ ਹੌਲੀ ਹੌਲੀ ਬੈਂਗਲੌਰ ਤਾਈਂ ਪਹੁੰਚਦੇ ਹੋ ਔਰ ਉੱਥੇ ਵੀ ਜਾ ਕੇ ਟੌਪ ਕਰਦੇ ਹੋ, 골ਡ ਮੈਡਲਿਸਟ ਬਣਦੇ ਹੋ। ਉਹ ਚੀਜ਼ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਇਹ ਕਿਤੇ ਜੇ ਸਾਰੀਆਂ ਕੁੜੀਆਂ ਚ ਆ ਜਾਵੇ, ਪਿੰਡਾਂ ਦੀਆਂ ਹੋਣ, ਸ਼ਹਿਰਾਂ ਦੀਆਂ ਹੋਣ, ਪੰਜਾਬ ਦੀਆਂ ਹੋਣ, ਕਿਸੇ ਜਗ੍ਹਾ ਦੀਆਂ ਵੀ ਹੋਣ, ਫਿਰ ਆਈ ਥਿੰਕ ਉਹ ਜਿਹੜਾ ਕਹਿੰਦੇ ਆ ਨਾ ਤੁਹਾਡੀ ਜਿਹੜੀ ਜਿਹੜਾ ਲੈਂਪ ਦੀ ਜਿਹੜਾ ਲਾਈਟ ਹੈ ਔਨ ਯੋਰ ਟੇਬਲ, ਹਾਂਜੀ one day it will become the spotlight ਤੁਹਾਡੇ ਉੱਤੇ। ਉਨੀ ਮਿਹਨਤ ਕਰੋ ਔਰ ਵਾਕਈ ਉਹ ਇੰਨੀ ਇੰਸਪਾਇਰਿੰਗ ਹੈ ਕਿ ਆਈ ਥਿੰਕ ਨਾਟ ਜਸਟ ਗਰਲਸ, ਹਰ ਇੱਕ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਆਪਾਂ ਹਾਲਾਤਾਂ ਨੂੰ ਜਿਹੜਾ ਕੰਪਲੇਨ ਕਰ ਦਿੰਦੇ ਆ ਕਿ ਜੀ ਸਾਡੇ ਨੂੰ ਤਾਂ ਆਹ ਪ੍ਰੋਬਲਮ ਸੀ ਤਾਂ ਨਹੀਂ ਅਸੀਂ ਇਹ ਕਰ ਪਾਏ। ਯੂ ਹੈਵ ਪ੍ਰੂਵਡ ਕਿ ਜਿਹਨੇ ਕਰਨਾ ਹੈ ਨਾ ਉਹਨੇ ਕਰਕੇ ਦਿਖਾ ਦੇਣਾ ਹੈ, ਉਹ ਕਿਤੇ ਵੀ ਹੈ। So it is very, very inspiring, so motivating. ਔਰ I think ਸਾਰੀ ਜਦੋਂ ਤੁਹਾਡੀ ਆ ਵਾਲੀ ਸਟੋਰੀ ਸੁਣ ਕੇ ਔਰ ਜਿੰਨਾ ਵੀ ਤੁਸੀਂ ਹੁਣ ਵੀ ਕੰਮ ਕਰ ਰਹੇ ਹੋ, ਹਰ ਇੱਕ ਨੂੰ ਸਟਰੈਂਥ ਮਿਲੇਗੀ ਉਹ ਚੀਜ਼ ਨੂੰ ਕਰਕੇ। ਤੇ ਹੁਣ 5 days you're working at the university ਹਾਂਜੀ ਤੇ ਬਾਕੀ ਖੇਤੀ ਵੀ ਕਰਾਉਂਦੇ ਹੋ ਨਾਲ? ਬਾਕੀ ਘਰੇ ਹਾਂਜੀ, ਹੁਣ ਤਾਂ ਵੈਸੇ ਵੀ ਕਾਫੀ ਕੰਮ ਚੱਲ ਰਿਹਾ, ਹਾਰਵੈਸਟਿੰਗ ਦਾ ਸੀਜ਼ਨ ਹੈ, ਨਰਮਾ ਨੁਰਮਾ ਚੱਲ ਰਿਹਾ ਚੁਗਣ ਵਾਲਾ। ਤੇ ਗੁਰਬੀਰ ਯੂਨੀਵਰਸਿਟੀ ਜਾਂ ਜੈਪੁਰ ਜਾਂ ਜਿੱਥੇ ਪੜਾਉਂਦੇ ਉੱਥੇ ਇੱਕ ਨੌਲੇਜ ਹੁੰਦੀ ਹੈ ਚੀਜ਼ ਕਿ ਤੁਸੀਂ ਕਿੱਥੋਂ ਉੱਠ ਕੇ ਜਾਂ ਆਲੇ ਦੁਆਲੇ ਵਾਲੇ ਲੋਕ? ਹਾਂ ਬਿਲਕੁਲ ਹੁੰਦੀ ਹੈ, ਕਿਉਂਕਿ ਅੱਜ ਕੱਲ ਵਿਦਆਊਟ ਇੰਟਰਵਿਊ ਕਿਤੇ ਵੀ ਨਹੀਂ ਹੁੰਦੀ ਨਾ ਰਿਕਰੂਟਮੈਂਟਸ, ਤਾਂ ਉਹ ਇਹ ਚੀਜ਼ ਦੇਖਦੇ ਆ, ਕਿਉਂਕਿ ਆਪਣੀ ਕੁਆਲੀਫਿਕੇਸ਼ਨ ਜਦੋਂ ਆਪਾਂ ਭਰਦੇ ਹਾਂ ਤਾਂ ਉਹ 10th ਕਲਾਸ ਤੋਂ ਲੈ ਕੇ ਪੂਰੀ ਲੱਗਦੀ ਹੈ ਹਨਾ, ਤਾਂ ਉਹ ਦੇਖਦੇ ਆ ਉਹ ਚੀਜ਼। ਔਰ ਹਾਂ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ, ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਆ ਹਨਾ ਜਿਹੜੇ ਆਪਣੇ ਤੋਂ ਵੀ ਜ਼ਿਆਦਾ ਮਿਹਨਤ ਕਰਦੇ ਆ ਹਨਾ। ਔਰ ਮੈਂ ਹੁਣ ਸੋਚਦੀ ਹੁੰਦੀ ਨਹੀਂ ਸੱਚੀ, ਮੈਨੂੰ ਮੈਂ ਵੀ ਬਹੁਤ ਮਤਲਬ ਜਿਵੇਂ ਬਹੁਤ ਬੱਚੇ ਕਾਫੀ ਇੰਸਪਾਇਰ ਕਰਦੇ ਆ ਨਾ ਕਿ ਐਵੇਂ ਜਮਾਂ ਹੀ ਕੋਈ ਸਹੂਲਤ ਨਹੀਂ ਹੈ, ਉਸ ਤੋਂ ਬਾਵਜੂਦ ਪੜ੍ਹ ਕੇ ਫਿਰ ਬਣਨਾ ਕੁਛ ਕਰਨ ਦੀ, ਮਤਲਬ ਮੈਨੂੰ ਇਹ ਹੁੰਦਾ ਕਿ ਬਣਨਾ ਨਾ ਬਣਨਾ ਬਾਅਦ ਦੀ ਗੱਲ, ਬਟ ਤੁਸੀਂ ਮਿਹਨਤ ਕਰੋ ਉਸ ਚੀਜ਼ ਲਈ ਹਨਾ, ਮਿਹਨਤ ਕਰੋ ਇਮਾਨਦਾਰੀ ਨਾਲ, ਪੂਰੀ ਇਮਾਨਦਾਰੀ ਨਾਲ ਮਿਹਨਤ ਕਰੋ। ਤੇ ਗੁਰਬੀਰ ਅੱਗੇ ਕੀ ਦੇਖਦੀ ਹੈ ਕਿਤੇ ਆਪਣੇ prospects in the coming future few years? ਮੈਂ ਫਿਲਹਾਲ ਥੋੜੇ ਟਾਈਮ ਬਾਅਦ ਮਤਲਬ PAU ਜੁਆਇਨ ਕਰ ਲੈਣਾ। ਤਾਂ ਮੇਰਾ ਬੇਸਿਕ ਮਤਲਬ ਇਹੀ ਆ ਕਿ ਪਿੰਡਾਂ ਲਈ ਕੰਮ ਕਰਨਾ, ਚਾਹੇ ਉਹ ਖੇਤੀ ਆ, ਚਾਹੇ ਉਹ ਸਕੂਲਸ ਲੈ ਬੱਚਿਆਂ ਲਈ ਹਨਾ। ਤਾਂ ਫੀਲਡ ਇੱਕ ਤਾਂ ਉਹੋ ਜਿਹਾ ਹੋ ਗਿਆ, ਰਿਲੇਟਡ ਹੋ ਗਿਆ ਹਨਾ, ਕਿਉਂਕਿ ਫੂਡ ਪ੍ਰੋਸੈਸਿੰਗ ਹੈ, ਐਗਰੀਕਲਚਰ ਪੜ੍ਹੀ ਹੋਈ ਆ, ਘਰੇ ਖੇਤੀ ਦੇਖਦੇ ਆ, ਇੱਕ ਤਾਂ ਫੀਲਡ ਉਹੋ ਜਿਹਾ ਹੋ ਗਿਆ। ਫਿਰ ਦੂਜਾ ਇਹ ਹੈ ਕਿ ਹਾਂ ਮੈਨੂੰ ਮਤਲਬ ਇਹ ਕਹਿੰਦੀ ਹੁੰਦੀ ਆ ਕਿ ਆਪਾਂ ਤਾਂ ਅਰਦਾਸ ਇਹ ਕਰਦੇ ਹੁੰਦੇ ਹਾਂ ਕਿ ਜਿੰਨਾ ਕੁ ਵੀ ਮਿਲੇ ਉਸ ਤੋਂ ਦਸਵੰਧ ਤੋਂ ਜ਼ਿਆਦਾ ਕੱਢ ਕੇ ਹੀ ਸੁਸਾਇਟੀ ਲਈ ਕਰਨਾ ਕੁਛ ਨਾ ਕੁਛ ਹਨਾ, ਚਾਹੇ ਉਹ ਬੱਚਿਆਂ ਲਈ ਕਰੀਏ ਚਾਹੇ ਕਿਸੇ ਲਈ ਵੀ ਕਰੀਏ। ਪਰ ਬੱਚਿਆਂ ਨੂੰ ਸੱਚੀ ਬਹੁਤ ਲੋੜ ਆ, ਬਹੁਤ ਲੋੜ ਹੈ, ਕਿਉਂਕਿ ਮੈਂ ਸੋਚਦੀ ਹੁੰਦੀ ਹਾਂ ਕਿ ਅਸੀਂ ਬਹੁਤ ਸਹੀ ਟਾਈਮ ਤੇ ਨਿਕਲੇ ਹਾਂ ਨਾ, ਕਿਉਂਕਿ ਉਦੋਂ ਪੇਰੈਂਟਸ ਦਾ ਇੰਨਾ ਉਹ ਨਹੀਂ ਸੀਗਾ ਕਿ ਨਹੀਂ ਤੂੰ ਆਹ ਬਣਨਾ ਹੀ ਆ ਹਨਾ। ਉਹਨਾਂ ਲਈ ਆਪਾਂ ਨੂੰ ਇੰਨੀ ਕੁ ਫਰੀਡਮ ਸੀਗੀ ਕਿ ਠੀਕ ਹੈ ਪੜ੍ਹ ਲੈਣੇ, ਵਿਆਹ ਕੇ ਤੋਰ ਦੇਣਗੇ ਹਨਾ, ਇੰਨਾ ਕੁ ਸੀਗਾ। ਅੱਜ ਕੱਲ ਪ੍ਰੈਸ਼ਰ ਬਹੁਤ ਹੈ, ਮਤਲਬ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿ ਨਹੀਂ, ਮਤਲਬ ਸਾਨੂੰ ਤਾਂ ਕਿਸੇ ਨੇ ਐ ਵੀ ਨੀ ਪੁੱਛਿਆ ਵੀ ਤੁਹਾਡੇ ਨੰਬਰ ਕਿੰਨੇ ਆਏ, ਕੌਣ ਕਿਹਨੇ ਟੌਪ ਕੀਤਾ ਹਨਾ। ਅੱਜ ਕੱਲ ਤਾਂ ਇਹ ਬਹੁਤ ਚੱਲਦਾ ਕਿ ਨਹੀਂ ਤੂੰ ਫਸਟ ਆਉਣਾ, ਨਹੀਂ ਤੂੰ ਸੈਕਿੰਡ ਆਉਣਾ, ਤਾਂ ਇਹ ਚੀਜ਼ਾਂ ਬਹੁਤ ਚੱਲਦੀਆਂ। ਹਾਂਜੀ ਤਾਂ ਉਹੀ ਆ, ਪਰ ਵੈਸੇ ਅੱਜ ਕੱਲ ਅਵੇਅਰਨੈਸ ਬਹੁਤ ਹੋ ਗਈ ਹੈ ਪੜ੍ਹਾਈ ਨੂੰ ਲੈ ਕੇ ਆ ਕਿਵੇਂ ਵੀ, ਪਰ ਬਹੁਤ ਸਾਰੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਹਨਾ। ਤਾਂ ਬਸ ਇਹੀ ਹੈ ਕਿ ਰੱਜ ਕੇ ਕੰਮ ਕਰਨਾ।
so proud, so proud. ਹਾਂਜੀ बहुत कुछ सीखने वाला है। आई थिंक कि एवरीबडी हु वॉचेस इट कुछ ना कुछ जरूर स्ट्रेंथ लेके ਜਾਣਗੇ ਔਰ ਇਹ ਕਲੀਅਰ ਹੁੰਦਾ। ਆਈ ਥਿੰਕ ਤੁਹਾਡੇ ਵਰਗੇ ਲੋਕਾਂ ਨਾਲ ਜਿੰਨਾ ਜ਼ਿਆਦਾ ਇੰਟਰੈਕਟ ਕਰਦੇ ਆ ਨਾ ਉਨੀ ਜ਼ਿਆਦੀ ਸਮਵੇਅਰ ਅੰਦਰ ਤਾਕਤ ਆਉਂਦੀ ਹੈ ਟੂ ਫੇਸ ਵਟਐਵਰ ਕਮਸ ਯੋਰ ਵੇ। ਸੋ ਥੈਂਕ ਯੂ ਸੋ ਮਚ ਗੁਰਵੀਰ ਟਾਈਮ ਥੈਂਕ ਦੇਣ ਯੂ ਲਈ। ਮੈਨੂੰ ਪਤਾ ਸਾਰਾ ਕੁਝ ਬੜਾ ਬਿਜ਼ੀ ਚੱਲ ਰਿਹਾ ਹੈ ਬਟ ਆਈ ਐਮ ਵੈਰੀ ਸ਼ੋਰ ਕਿ ਵੀ ਨੀਡ ਬਹੁਤ ਸਾਰੀਆਂ ਹੋਰ ਗੁਰਵੀਰ ਹੋਰ ਵੀ ਹੋਣਗੀਆਂ। ਆਈ ਥਿੰਕ ਕੋਈ ਬਹੁਤ ਹੋਣਗੀਆਂ ਹਾਂ ਬਹੁਤ ਹੋਣਗੀਆਂ ਹਾਂਜੀ ਹੋਰ ਵੀ ਸਾਡੀ ਹਮ, ਸੋਸਾਇਟੀ ਨੂੰ ਬਿਕਾਜ਼ ਜੋ what you have done is truly inspiring thank ਮਤਲਬ you ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਨਾ ਔਰ ਤਾਕਤ ਬਹੁਤ ਮਿਲਦੀ ਹੈ। ਸੋ ਥੈਂਕ ਯੂ for being you thank you so much and thank you uncle auntie ਨੂੰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕਹਿੰਦੇ and ਹਾਂਜੀ hopefully see you one day very soon ਜ਼ਰੂਰ ਹੈ ਨਾ। ਜਦੋਂ ਆਏ ਪੱਕਾ ਮਿਲ ਕੇ ਪੱਕਾ ਜਾਇਓ ਪੱਕਾ 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 ਹਾਂਜੀ ਓਕੇ ਜੀ ਹਾਂਜੀ ਥੈਂਕ ਯੂ ਸੋ ਓਕੇ ਵੈਰੀ ਠੀਕ ਹੈ ਮਚ ਸਤਿ ਥੈਂਕ ਸ਼੍ਰੀ ਯੂ ਅਕਾਲ ਥੈਂਕ ਯੂ